ਜਿਸਮੈ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਗੁਰੂ ਨਾਨਕ ਪੁਰਸ਼ੋਤਮੰ ਪਰਵ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸਤਿਨਾਮ ਵਾਹਿਗੁਰੂ ਜੀ। ਸੁਨ ਕਰ ਲਾਲੋ ਦਿਜ ਦੋ ਸਤਿ ਲਖੇ ਸਭ ਬੈਨ। ਦ੍ਰਿੜ ਪ੍ਰਤੀਤ ਹਿਰਦੇ ਕਰੇ ਗਏ ਤੁਰਤ ਨਿਜ ਐਨ। ਜਾਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੂੰ ਗੁਰੂ ਘਰ ਦੇ ਕੀਰਤਨੀਏ ਭਾਈ ਜਤਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ ਗੁਰਦੁਆਰਾ ਸੀਸਗੰਜ ਸਾਹਿਬ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਹੈ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਹਰ ਰੋਜ਼ ਇਹ ਪਾਵਨ ਕਥਾ ਸਰਵਣ ਕਰਦੇ ਹੋ। ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਕੁਝ ਵਿਚਾਰ ਆਪਾਂ ਉਹਨਾਂ ਦੇ ਜੀਵਨ ਸੰਬੰਧ ਵਿੱਚ ਵੀ ਕਰਾਂਗੇ। ਸਮੂਹ ਸੰਗਤਾਂ ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ। ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਐਮਨਾਬਾਦ ਪਿੰਡ ਦੇ ਬਾਹਰ ਬੈਠੇ ਨੇ। ਉੱਥੋਂ ਦੇ ਜਿਹੜੇ ਲੋਕ ਹਨ ਉਹ ਵਿਆਹ ਆਨੰਦ ਕਾਰਜਾਂ ਦੀ ਖੁਸ਼ੀ ਵਿੱਚ ਲੱਗੇ ਹੋਏ ਨੇ। ਉਹ ਸਾਧੂ ਸੰਤਾਂ ਦੀ ਅਤਿਥੀਆਂ ਦੀ ਸੇਵਾ ਕਰਨਾ ਨਹੀਂ ਸਨ ਜਾਣਦੇ। ਫਕੀਰਾਂ ਨੂੰ ਵੇਖ ਕੇ ਉਹ ਮਖੌਲ ਕਰਦੇ ਸਨ। ਹਕੂਮਤ ਦੇ ਨਸ਼ੇ ਵਿੱਚ ਅੰਨੇ ਹੋਏ ਪਏ ਸਨ। ਸੰਸਾਰ ਦੇ ਬੰਧਨਾਂ ਵਿੱਚ ਫਸੇ ਹੋਣ ਕਾਰਨ ਗਿਰਾਵਟ ਰੂਪੀ ਟੋਏ ਵਿੱਚ ਡਿੱਗਦੇ ਜਾ ਰਹੇ ਸਨ। ਦੇਖੇ ਦੁਖੀ ਦਇਆ ਨਹੀਂ ਕਰਹੀ। ਕਿਸੇ ਦੁਖੀ ਨੂੰ ਵੇਖ ਕੇ ਉਹਨਾਂ ਦੇ ਅੰਦਰ ਦਇਆ ਨਹੀਂ ਸੀ ਆਉਂਦੀ, ਦਇਆ ਨਹੀਂ ਸਨ ਕਰਦੇ।
ਕਿਸੇ ਦੁਖੀ ਨੂੰ ਵੇਖਦੇ ਤੇ ਉਹ ਦਇਆਵਾਨ ਨਹੀਂ ਸਨ ਹੁੰਦੇ। ਜਲੀਲ ਭੈਲੀ ਅਕਲ ਵਾਲੇ, ਉਹਨਾਂ ਦੇ ਜੀਵਨ ਜਿਹੜੇ ਸਨ ਉਹ ਥੱਲੇ ਡਿੱਗ ਚੁੱਕੇ ਸਨ। ਇਖਲਾਕ ਉਹਨਾਂ ਦੇ ਗਿਰ ਚੁੱਕੇ ਸਨ। ਨਸ਼ੇ ਕਰਕੇ ਤੁਰੇ ਫਿਰਦੇ ਰਹਿੰਦੇ ਸਨ ਔਰ ਗਰੀਬਾਂ ਨੂੰ ਜਬਰੀ ਫੜ ਕੇ ਉਹ ਸਜ਼ਾ ਦਿੰਦੇ ਸਨ, ਡੰਡ ਦਿੰਦੇ ਸਨ। ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਦੂਜੇ ਦੀਆਂ ਜੋ ਧੀਆਂ ਭੈਣਾਂ ਵਾਂ ਉਹਨਾਂ ਦੀ ਬੇਇੱਜ਼ਤੀ ਵੀ ਕਰਦੇ ਸਨ। ਕਵੀ ਸੰਤੋਖ ਸਿੰਘ ਜੀ ਦੱਸਦੇ, ਜਗਤ ਦੇ ਮਾਲਕ ਗੁਰੂ ਜੀ ਬੈਠੇ ਨੇ ਬਾਹਰ, ਕਿਸੇ ਨੇ ਆ ਕੇ ਸੇਵਾ ਨਾ ਕੀਤੀ। ਉਸ ਸਥਾਨ 'ਤੇ ਗੁਰੂ ਜੀ ਦੇ ਨਾਲ ਸਾਧੂ ਸੰਤ ਵੀ ਸਨ ਜਿਹੜੇ ਭੁੱਖੇ ਸਨ। ਗੁਰੂ ਸਾਹਿਬ ਨੇ ਆਖਿਆ ਵੀ 2 ਜਾਣੇ ਜਾਓ ਤੇ ਨਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਆਓ। ਵਾਰੀ ਵਾਰੀ ਇੱਦਾਂ ਪ੍ਰਸ਼ਾਦਾ ਛਕ ਲਓ। ਭਾਈ ਮਰਦਾਨੇ ਨੂੰ ਵੀ ਨਾਲ ਭੇਜ ਦਿੱਤਾ। ਪਠਾਣਾ ਦੇ ਜਿੱਥੇ ਘਰ ਸਨ ਉੱਥੇ ਭਾਈ ਮਰਦਾਨਾ ਜੀ ਤੇ ਉਹ ਸਾਧੂ ਗਏ, ਜਾ ਕੇ ਭੋਜਨ ਮੰਗਿਆ। ਕਿਸੇ ਨੇ ਅੱਗੋਂ ਜਵਾਬ ਹੀ ਨਾ ਦਿੱਤਾ। ਫਿਰ ਇੱਕ ਘਰ ਦੇ ਅੰਦਰ ਜਾ ਕੇ ਭੋਜਨ ਮੰਗਿਆ। ਘਰ ਵਾਲਿਆਂ ਨੇ ਨਾ ਕੁਝ ਦਿੱਤਾ ਤੇ ਨਾ ਕੋਈ ਬਚਨ ਹੀ ਸਾਂਝਾ ਕੀਤਾ। ਅੰਦਰੋਂ ਇੱਕ ਨਸ਼ੇ ਵਿੱਚ ਧੁੱਤ ਮਨੁੱਖ ਆਇਆ ਤੇ ਉਹਨੇ ਭਾਈ ਮਰਦਾਨੇ ਨੂੰ ਬੜੀ ਜ਼ੋਰ ਦੇ ਨਾਲ ਧੱਕਾ ਦਿੱਤਾ। ਭਾਈ ਮਰਦਾਨਾ ਜੀ ਡਿੱਗ ਪਏ, ਚੋਟ ਲੱਗੀ, ਬੜੀ ਦਰਦ ਹੋਈ। ਉੱਥੋਂ ਨਿਕਲ ਕੇ ਗੁਰੂ ਸਾਹਿਬ ਜੀ ਵੱਲ ਵਾਪਸ ਚੱਲਦੇ ਹੋਏ ਭਾਈ ਲਾਲੋ ਦੇ ਘਰ ਗਏ ਤੇ ਉਹਨੂੰ ਨਾਲ ਲਿਆ ਹੈ। ਜਿੱਥੇ ਗੁਰੂ ਜੀ ਬੈਠੇ ਸਨ ਉੱਥੇ ਆ ਗਏ। ਭਾਈ ਲਾਲੋ ਨੂੰ ਵੀ ਨਾਲ ਲੈ ਆਏ। ਲਾਲੋ ਨੇ ਆਉਣ ਲੱਗਿਆਂ ਕੁਝ ਦਾਣੇ ਭੁੰਨ ਲਏ ਤੇ ਉਹ ਨਾਲ ਲੈ ਕੇ ਆ ਗਿਆ। ਉਹ ਸਾਧੂਆਂ ਦੇ ਗੁਰੂ ਸਾਹਿਬ ਜੀ ਦੇ ਅੱਗੇ ਰੱਖੇ, ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਹੈ। ਭਾਈ ਲਾਲੋ ਨੇ ਮੱਥਾ ਟੇਕਿਆ, ਕਹਿਣ ਲੱਗਾ, ਬੜੇ ਚਿਰ ਬਾਅਦ ਦਰਸ਼ਨ ਹੋਏ ਨੇ ਤੁਹਾਡੇ। ਸੁੱਖ ਸ਼ਾਂਤ ਪੁੱਛੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਫਿਰ ਸੰਤਾਂ ਨੂੰ ਪੁੱਛਿਆ ਵੀ ਤੁਸੀਂ ਖਾਲੀ ਆ ਗਏ, ਖਾਲੀ ਮੁੜ ਆਏ ਹੋ? ਤੇ ਉਹਨਾਂ ਸਾਰੀ ਗੱਲ ਦੱਸੀ ਵੀ ਸੱਚੇ ਪਾਤਸ਼ਾਹ ਇਹ ਉਹਨਾਂ ਭੋਜਨ ਕੀ ਦੇਣਾ ਸੀ, ਉਹਨਾਂ ਤੇ ਸਗੋਂ ਧੱਕੇ ਮਾਰੇ ਨੇ, ਮਰਦਾਨੇ ਦੇ ਚੋਟ ਵੀ ਲੱਗ ਗਈ ਹੈ। ਗੁਰੂ ਸਾਹਿਬ ਜੀ ਸੁਣ ਕੇ ਕਹਿਣ ਲੱਗੇ ਵੀ ਸਾਧੂਆਂ ਦੀ ਸੰਤਾਂ ਦੀ ਅਵੱਗਿਆ ਕੀਤੀ ਹੈ ਉਹਨਾਂ ਨੇ। ਕਹਿੰਦੇ ਪਰਮਾਤਮਾ ਨੂੰ ਭੁਲਾਇਆ ਹੋਇਆ ਵਾ। ਇਹ ਤਾਂ ਜੋ ਪਾਪ ਕਰ ਰਹੇ ਨੇ ਉਹਦਾ ਫਲ ਇਹ ਭੋਗਣਗੇ ਜ਼ਰੂਰ। ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹਦੇ ਵਿੱਚ 7 ਵਾਰੀ ਭਾਈ ਲਾਲੋ ਦਾ ਨਾਮ ਲਿਆ। ਇਸ ਕੇ ਕਰਹੁ ਅਰਥ ਬਖਾਨ, ਸੁਣੀਏ ਸਰੋਤਾ ਦੇ ਕਰ ਕਾਨ। ਗੁਰੂ ਸਾਹਿਬ ਭਾਈ ਲਾਲੋ ਨੂੰ ਸੰਬੋਧਨ ਹੋ ਕੇ ਕਹਿੰਦੇ ਕਿ ਜਿੱਦਾਂ ਵਾਹਿਗੁਰੂ ਦੀ ਆਗਿਆ ਹੋਈ ਹੈ ਉਹਦੇ ਅਨੁਸਾਰ ਧੁਰ ਤੋਂ ਉਤਰੇ ਹੋਏ ਹੁਕਮ ਨੂੰ ਹੀ ਮੈਂ ਉਚਾਰ ਕੇ ਦੱਸ ਰਿਹਾ ਹਾਂ ਕਿ ਜਿਹੜੇ ਲੋਕਾਂ ਨੇ ਪਾਪ ਕੀਤੇ ਨੇ ਉਹਨਾਂ ਦੇ ਪਾਪਾਂ ਦੇ ਕਾਰਨ, ਉਹ ਜਿਹੜੇ ਪਾਪ ਕੀਤੇ ਨੇ ਉਹਨਾਂ ਦੇ ਪਾਪਾਂ ਦੇ ਸਮੂਹ ਨੇ ਹੀ ਮਾਨੋ ਕਾਬਲ ਦੇ ਵਿੱਚ ਮੁਗਲ ਦਾ ਸਰੀਰ ਧਾਰ ਲਿਆ। ਪਾਪੀ ਲੋਕਾਂ ਨੂੰ ਇਹਦੇ ਬਦਲੇ ਬਹੁਤ ਦੁੱਖ ਝੱਲਣਾ ਪਏਗਾ। ਬਿਨਾਂ ਦੰਡ ਮਿਲਿਆ ਨਿਬੇੜਾ ਨਹੀਂ ਹੋਣਾ। ਬਾਬਰ ਮੁਗਲ ਰੂਪ ਧਾਰਨ ਕਰਕੇ ਆਵੇਗਾ ਤੇ ਸ਼ਕਤੀ ਦੇ ਜ਼ੋਰ ਦੇ ਨਾਲ ਲੁੱਟ ਖਸੁੱਟ ਕਰੇਗਾ। ਕਲਯੁਗ ਵਿੱਚ ਧਰਮ ਤੇ ਸ਼ਰਮ ਇਹ ਸਭ ਨਾਸ ਹੋ ਜਾਣਗੇ। ਮੰਤਰੀ, ਅਮੀਰ, ਸਰਦਾਰ ਸਭ ਦੌੜੇ ਫਿਰਨਗੇ, ਝੂਠ ਹੀ ਝੂਠ ਫੈਲ ਜਾਏਗਾ।
ਕਹਿੰਦੇ ਜਿਹੜੇ ਕਾਜੀ ਤੇ ਬ੍ਰਾਹਮਣ ਨੇ ਇਹਨਾਂ ਨੂੰ ਵੀ ਕੋਈ ਪੁੱਛੇਗਾ ਨਹੀਂ, ਕਿਉਂਕਿ ਸ਼ੈਤਾਨ ਹੀ ਨਿਕਾਹ ਕਰਾਉਣਗੇ। ਪਾਪ ਕੀ ਜਾਂਚ ਲੈ ਕੇ ਬਾਬਰ ਆ ਰਿਹਾ ਹੈ। ਖੂਬਸੂਰਤ ਇਸਤਰੀਆਂ ਦੇਖ ਕੇ ਉਹ ਲਲਚਾ ਜਾਣਗੇ, ਔਰਤਾਂ ਦੀ ਵੀ ਬੇਇੱਜ਼ਤੀ ਕਰਨਗੇ। ਤੇ ਸਾਹਿਬ ਨੇ ਬਾਣੀ ਵਿੱਚ ਆਖਿਆ ਕਿ ਜਿਨ੍ਹਾਂ ਦੇ ਗਲਾਂ ਵਿੱਚ ਮੋਤੀਆਂ ਦੀਆਂ ਮਾਲਾਂ ਸੀ, ਉਹਨਾਂ ਦੇ ਗਲਾਂ ਵਿੱਚ ਰੱਸੀਆਂ ਪਾਈਆਂ ਗਈਆਂ। ਜਿਹੜੀਆਂ ਵਿਆਹੀਆਂ ਆਈਆਂ ਸਨ, ਉੱਠਦੀਆਂ ਬਹਿੰਦੀਆਂ ਲੱਖ ਲੱਖ ਰੁਪਏ ਸ਼ਗਨ ਲੈਂਦੀਆਂ ਸਨ, ਅੱਜ ਉਹਨਾਂ ਦਾ ਬੁਰਾ ਹਾਲ ਹੋ ਗਿਆ ਹੈ। ਕੇਸਾਂ ਤੋਂ ਫੜ ਕੇ ਉਹਨਾਂ ਨੇ ਘਸੀਟਿਆ ਹੈ। ਔਰ ਉੱਚੀ ਜਾਤ ਕੀ, ਨੀਵੀਂ ਜਾਤ ਕੀ, ਹਿੰਦੂ ਇਸਤਰੀਆਂ ਕੀ, ਪਠਾਣਾਂ ਦੀਆਂ, ਮੁਸਲਮਾਨ ਇਸਤਰੀਆਂ ਕੀ, ਸਾਰੀਆਂ ਦੀ ਬੇਇੱਜ਼ਤੀ ਹੋਈ ਉੱਥੇ। ਸਾਹਿਬ ਜੀ ਨੇ ਆਖਿਆ ਸੀ ਕਿ ਜਿਹੜਾ ਲਹੂ ਦਾ ਕੇਸਰ ਛਿੜਕਿਆ ਜਾਏਗਾ, ਖੂਨ ਦੇ ਸੋਲੇ ਗਾਉਣਗੇ। ਲਾਲੋ ਸੁਣ ਕੇ ਜਾਣਨ ਵਾਸਤੇ ਪੁੱਛਦਾ ਹੈ, ਮੁਗਲ ਆ ਕੇ ਜੋ ਲੜਾਈ ਕਰਨਗੇ, ਜਗਤ ਦੇ ਮਾਲਕ ਗੁਰੂ ਜੀ ਸਾਰੀ ਵਿਥਿਆ ਸਾਨੂੰ ਚੰਗੀ ਤਰ੍ਹਾਂ ਸੁਣਾਓ। ਸਾਹਿਬ ਜੀ ਨੇ ਉਚਾਰਨ ਕੀਤਾ, ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੇ ਵਖ ਇਕੇਲਾ, ਸੱਚਾ ਸੋ ਸਾਹਿਬ ਸਾਚਤ ਪਾਵਸ, ਸਚੜਾ ਨਿਆਉ ਕਰੇਗ ਮਸੋਲਾ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲਸੀ ਬੋਲਾ, ਆਮਨ 78 ਜਾਨ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ ਕਿ ਇਹ ਜਿਹੜਾ ਆਮਨ 78 ਜਾਨ 97, ਇਹ 1540 ਦੇ ਵਿੱਚ ਸ਼ੇਰ ਸ਼ਾਹ ਸੂਰੀ ਨੇ ਹੁਮਾਯੂੰ ਨੂੰ ਹਰਾ ਕੇ ਆਪਣਾ ਰਾਜ ਕਾਇਮ ਕੀਤਾ ਸੀ। ਵਾਪਸ ਜਾਂਦੇ ਹੋਏ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ 'ਤੇ ਤਲਵਾਰ ਕੱਢ ਕੇ ਤਲਵਾਰ ਚੁੱਕਣੀ ਚਾਹੁੰਦਾ ਸੀ, ਤੇ ਗੁਰੂ ਸਾਹਿਬ ਜੀ ਨੇ ਜਦੋਂ ਦੇਖਿਆ ਤੇ ਹੱਥ ਮੁੱਠੇ 'ਤੇ ਹੀ ਰਹਿ ਗਿਆ ਸੀ। ਉਸ ਵੇਲੇ ਉਹਨਾਂ ਕਿਹਾ ਸੀ ਕਿ ਜਿਹੜੀ ਸ਼੍ਰੀ ਸਾਹਿਬ, ਜਿਹੜੀ ਤਲਵਾਰ ਇਹ ਸਾਨੂੰ ਧੌਂਸ ਦਿਖਾਉਣ ਵਾਸਤੇ ਕੱਢਣ ਲੱਗਿਆ ਸੀ, ਉਦੋਂ ਕਿੱਥੇ ਸੀ? ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਕਿਉਂ ਇਹ ਖੁੰਡੀ ਹੋ ਗਈ ਸੀ? ਉਸ ਤੋਂ ਬਾਅਦ ਫਿਰ ਹੁਮਾਯੂੰ ਨੇ ਫੌਜ ਇਕੱਠੀ ਕੀਤੀ, ਜੰਗ ਲੜਿਆ, ਫਿਰ ਵਿਜੇਤਾ ਬਣਿਆ, ਤੇ ਫਿਰ ਅੱਗੇ ਇਹਨਾਂ ਦਾ ਰਾਜ ਚੱਲਿਆ ਬਹੁਤ ਲੰਮਾ ਸਮਾਂ। ਇੱਕ ਬੰਨੇ ਬਾਬਰ ਕੇ ਤੇ ਇੱਕ ਬੰਨੇ ਬਾਬੇ ਕੇ, ਬੜਾ ਲੰਬਾ ਸਮਾਂ ਇਹ ਕਸ਼ਮਕਸ਼ ਇਹ ਯੁੱਧ ਹੁੰਦੇ ਰਹੇ ਹਨ। 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਤਲਵਾਰ ਖੜਕਣੀ ਸ਼ੁਰੂ ਹੋ ਗਈ ਸੀ। ਪਹਿਲਾਂ ਤੇ ਗੁਰੂ ਸਾਹਿਬਾਨਾਂ ਨੇ ਬਚਨਾਂ ਦੇ ਨਾਲ ਹੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰੀ ਦੁਨੀਆ ਜਿੱਤੀ ਤੇ ਬਚਨਾਂ ਨਾਲ ਹੀ ਜਿੱਤੀ ਸੀ। ਹੁਣ ਜਦੋਂ ਕੋਈ ਬਾਜ਼ ਨਾ ਆਵੇ ਤੇ ਉਦੋਂ ਫਿਰ ਹਥਿਆਰ ਵੀ ਚੁੱਕਣਾ ਪੈਂਦਾ ਹੈ। ਹਥਿਆਰ ਕੋਈ ਜਰ ਜੋਰੂ ਜ਼ਮੀਨ ਵਾਸਤੇ ਨਹੀਂ ਚੁੱਕਿਆ, ਆਪਣੇ ਬਚਾਅ ਲਈ ਤੇ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਵਾਸਤੇ ਚੁੱਕਿਆ ਗੁਰੂ ਸਾਹਿਬਾਨਾਂ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਾਲੋ ਨੂੰ ਸਮਝਾ ਰਹੇ ਹਨ ਕਿ ਨਗਰੀ ਅਹਿਮਨਾਬਾਦ ਦੀ ਥਾਂ ਮਾਸ ਹੀ ਮਾਸ ਹੋ ਜਾਵੇਗਾ, ਧਰਮ ਦੀ ਗੱਲ ਪੂਰੀ ਕਰ ਦਿਖਾਏਗਾ ਪ੍ਰਭੂ। ਵਾਹਿਗੁਰੂ ਨੇ ਸਾਰਾ ਜਗਤ ਪੈਦਾ ਕੀਤਾ ਹੈ ਤੇ ਪ੍ਰਕਾਸ਼ ਕਰਕੇ ਅਨੇਕਾਂ ਤਰ੍ਹਾਂ ਦੇ ਖੇਲ ਪ੍ਰਗਟ ਕਰਕੇ ਦਿਖਾਏ ਨੇ। ਉਸ ਪ੍ਰਭੂ ਤੋਂ ਜੋ ਖਿਲਾਫ ਚੱਲੇ ਹਨ, ਵਿਸ਼ੇ ਵਿਕਾਰਾਂ ਵਿੱਚ ਫਸ ਕੇ ਸਾਰੇ ਹੋਸ਼ ਭੁਲਾਈ ਬੈਠੇ ਹਨ, ਪ੍ਰਭੂ ਦਾ ਨਾਮ ਨਹੀਂ ਜਪਦੇ। ਪ੍ਰਭੂ ਨਿਆਰਾ ਹੋ ਕੇ ਤਮਾਸ਼ਾ ਵੇਖਦਾ ਹੈ। ਸੱਚੇ ਵਾਹਿਗੁਰੂ ਦਾ ਫੈਸਲਾ ਵੀ ਸੱਚਾ ਹੈ ਤੇ ਉਹ ਪ੍ਰਮਾਤਮਾ ਵੀ ਸੱਚਾ ਹੈ। ਹਰ ਕੰਮ ਧਰਮ ਅਨੁਸਾਰ ਪ੍ਰਮਾਤਮਾ ਕਰ ਰਿਹਾ ਹੈ।
ਮੁਗਲਾਂ ਕਾਰਨ ਕਾਇਆ ਰੂਪੀ ਕੱਪੜਾ ਟੁਕੜੇ ਟੁਕੜੇ ਹੋ ਜਾਏਗਾ। ਇਸ ਤਰ੍ਹਾਂ ਪਾਪ ਜਿਹੜੇ ਕੀਤੇ ਹੋਣਗੇ ਬਹੁਤ ਦੁੱਖ ਪਾਉਣਗੇ, ਧਰਤੀ ਦੇ ਉੱਤੇ ਲਹੂ ਹੀ ਲਹੂ ਖਿਲਰ ਜਾਏਗਾ। ਰਾਤ ਕਾ ਕੁੰਗੂ ਪਾਏ ਵੇ ਲਾਲੂ। ਹਿੰਦੁਸਤਾਨ ਕੋ ਬੋਲ ਜੋ ਆਨ ਸੰਭਾਲੇ ਸੋਏ। ਹਿੰਦੁਸਤਾਨ ਦੇ ਰਾਜ ਭਾਗ ਨੂੰ ਉਹ ਮੁਗਲ ਆ ਕੇ ਸੰਭਾਲਣਗੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਾਲੋ ਨੂੰ ਸਿੱਖਿਆ ਦਿੰਦੇ ਹਨ। ਭਾਈ ਲਾਲੋ ਤੇ ਇੱਕ ਉੱਥੇ ਬ੍ਰਾਹਮਣ ਬੈਠਾ ਸੀਗਾ। ਜਦੋਂ ਉਹਨੇ ਸੁਣਿਆ ਤੇ ਉਹਨੇ ਵੀ ਸਵਾਲ ਪੁੱਛਿਆ ਕਿ ਹੌਲੀ ਹੌਲੀ ਇਲਾਕਾ ਖੋਹ ਲਏਗਾ, ਤੁਰਕਾਂ ਦੀ ਤਾਕਤ ਘਟ ਜਾਏਗੀ ਜੇਕਰ ਸਿੱਖ ਆਪਸ ਵਿੱਚ ਮਿਲ ਕੇ ਰਹਿਣਗੇ ਤਾਂ ਦੁਸ਼ਟਾਂ ਦੇ ਘਰਾਂ ਨੂੰ ਖੋਹ ਕੇ ਸਿੱਖਾਂ ਦਾ ਰਾਜ ਵਧੇਗਾ। ਇਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦੀ ਗੱਲ ਹੈ। ਕਿੱਥੇ ਦਰਾ ਖੈਬਰ ਜਿਹਨੂੰ ਕੋਈ ਵੀ ਨਹੀਂ ਜਿੱਤ ਸਕਿਆ, ਉਹ ਸਿੱਖਾਂ ਨੇ ਜਿੱਤਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰੀ ਸਿੰਘ ਨਲੂਆ, ਜਿਨ੍ਹਾਂ ਦਾ ਨਾਂ ਸੁਣ ਕੇ ਪਠਾਨ ਕੰਬ ਜਾਂਦੇ ਸਨ, ਮੁਗਲ ਕੰਬ ਜਾਂਦੇ ਸਨ। ਬੀਬੀ ਬਾਨੋ ਉਚੇਚੇ ਉਹਦੇ ਦਰਸ਼ਨ ਕਰਨ ਆਈ ਸੀ ਕਿ ਐਸਾ ਕਿਹੜਾ ਸੂਰਮਾ ਹੈ। ਉਹਦੇ ਅੰਦਰ ਆਈ ਹੋਈ ਮੈਲ ਨੂੰ ਇੱਕ ਖਿੰਨ ਦੇ ਵਿੱਚ ਹਰੀ ਸਿੰਘ ਨਲੂਏ ਨੇ ਧੋ ਦਿੱਤਾ ਸੀ। ਜਦੋਂ ਉਹਦੇ ਸਿਰ ਤੇ ਇੱਕ ਕੱਪੜਾ ਦੇ ਕੇ, ਦਸ਼ਾਲਾ ਦੇ ਕੇ ਆਖਿਆ ਸੀ ਕਿ ਅੱਜ ਤੋਂ ਬਾਅਦ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰਾ ਧਰਮ ਦਾ ਪੁੱਤਰ। ਐਸੇ ਅਖਲਾਕ ਸਨ ਗੁਰੂ ਕੇ ਸਿੱਖਾਂ ਦੇ। ਬੁੱਧੀਵਾਨ ਬ੍ਰਾਹਮਣ ਪ੍ਰਸੰਗ ਸੁਣ ਰਿਹਾ ਸੀ ਤੇ ਗੁਰੂ ਜੀ ਨੂੰ ਪਹੁੰਚੇ ਹੋਏ ਸੰਤ ਜਾਣਿਆ ਤੇ ਆਪਣੇ ਹਿਰਦੇ ਵਿੱਚ ਡਰ ਧਾਰ ਕੇ ਉਹ ਪ੍ਰਸ਼ਾਦਾ ਲੈ ਕੇ ਆਇਆ। ਉਹਨੇ ਆਖਿਆ ਕਿ ਸੰਤਾਂ ਨੂੰ ਖਵਾ ਦਿਓ, ਤ੍ਰਿਪਤ ਹੋ ਜਾਣਗੇ, ਭੁੱਖ ਦੂਰ ਹੋ ਜਾਏਗੀ। ਆਪ ਜੀ ਨੇ ਖਾਨਾਂ ਵੱਲੋਂ ਨਗਰ ਦੇ ਲੁੱਟੇ ਜਾਣ ਤੇ ਉਹਨਾਂ ਦੇ ਨਸ਼ਟ ਹੋਣ ਬਾਰੇ ਜਿਹੜਾ ਕਰੜਾ ਸ਼ਬਦ ਉਚਾਰਿਆ ਹੈ, ਉਹਨੂੰ ਸਤਿਗੁਰੂ ਜੀ ਵਾਪਸ ਲੈ ਲਓ, ਸੰਤ ਜੀ ਵਾਪਸ ਲੈ ਲਓ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਜਿਸ ਤਰ੍ਹਾਂ ਹਾਥੀ ਦੇ ਦੰਦ ਉਹ ਵੱਧ ਕੇ ਮੂੰਹ ਵਿੱਚੋਂ ਬਾਹਰ ਨਿਕਲ ਆਉਂਦੇ ਨੇ, ਮੁੜ ਕੇ ਮੂੰਹ ਵਿੱਚ ਨਹੀਂ ਪੈਂਦੇ, ਇਸੇ ਤਰ੍ਹਾਂ ਰੱਬ ਦੇ ਪਿਆਰੇ ਦਾ ਜਿਹੜਾ ਬਚਨ ਹੁੰਦਾ ਹੈ ਉਹ ਮੁੜ ਕੇ ਵਾਪਸ ਨਹੀਂ ਹੁੰਦਾ। ਯਤਨ ਕੀਤਿਆਂ ਵੀ ਵਾਪਸ ਨਹੀਂ ਹੁੰਦਾ। ਸਾਰੇ ਪਠਾਣਾਂ ਦਾ ਅੰਤ ਹੋ ਕੇ ਰਹੇਗਾ। ਇਸ ਸਥਾਨ 'ਤੇ ਕੋਈ ਨਹੀਂ ਬਚੇਗਾ। ਮਨ ਵਿੱਚ ਨਿਮਰਤਾ ਰੱਖ ਕੇ ਤੂੰ ਇਹ ਸਵਾਲ ਕੀਤਾ, ਤੂੰ ਬਖਸ਼ਿਆ ਜਾਏਗਾ। ਫਿਰ ਭਾਈ ਲਾਲੋ ਦੇ ਨਾਲ ਮਿਲ ਕੇ ਆਖਿਆ, ਤੁਸੀਂ ਦੋਵੇਂ ਇੱਦਾਂ ਕਰੋ, ਪਰਿਵਾਰ ਨੂੰ ਨਾਲ ਲੈ ਜਾਓ, ਸਾਰਾ ਸਮਾਨ ਸੰਭਾਲ ਲਓ ਤੇ ਨਗਰ ਦੇ ਬਾਹਰ 4 ਕੋਹ 'ਤੇ ਜਿਹੜਾ ਤਲਾਬ ਸੁੱਕਾ ਹੋਇਆ ਦਿਖਾਈ ਦੇਵੇਗਾ, ਉੱਥੇ ਚਲੇ ਜਾਓ, ਆਪਣੇ ਪਰਿਵਾਰ ਸਮੇਤ ਉੱਥੇ ਰਹਿਣਾ। ਬਿਨਾਂ ਦੇਰੀ ਤੋਂ ਨਗਰੀ ਨੂੰ ਛੱਡ ਦਿਓ। ਸਵੇਰ ਹੁੰਦਿਆਂ ਹੀ ਮੁਗਲਾਂ ਦੀ ਫੌਜ ਆ ਕੇ ਨਗਰ ਵਿੱਚ ਦਾਖਲ ਹੋਵੇਗੀ, ਲੁੱਟ ਘਸੁੱਟ ਲਵੇਗੀ, ਸਾਰੇ ਪਠਾਣਾਂ ਨੂੰ ਮਾਰ ਕੇ ਜਮ ਕੋਲ ਪਹੁੰਚਾਏਗੀ। ਇਸਤਰੀਆਂ ਨੂੰ ਬੰਨ੍ਹ ਕੇ ਨਾਲ ਲੈ ਜਾਣਗੇ। ਲਾਲੋ ਤੇ ਪੰਡਤ ਦੋਵਾਂ ਨੂੰ ਗੁਰੂ ਜੀ ਨੇ ਜਦੋਂ ਬਚਨ ਕੀਤੇ ਤੇ ਉਹਨਾਂ ਜਦੋਂ ਸੁਣੇ, ਆਪਣੇ ਹਿਰਦੇ ਵਿੱਚ ਪੱਕਾ ਨਿਸ਼ਚਾ ਧਾਰ ਕੇ ਤਤਕਾਲ ਉਹ ਆਪਣੇ ਘਰ ਚਲੇ ਗਏ। ਅੱਗੇ ਦਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ, ਪਿਆਰ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ, ਸਤਨਾਮ ਵਾਹਿਗੁਰੂ ਜੀ। ਆਪਣੀ ਸਭ ਸੰਭਾਰ ਸੰਭਾਰੇ, ਲੀਨ ਸੰਗ ਭਰਾਤਾ ਸੁਤ ਨਾਰੇ। ਤੇ ਸਾਰਾ ਕੁਝ ਸਮੱਗਰੀ ਸੰਭਾਲ ਲਈ, ਆਪਣੇ ਨਾਲ ਭਰਾ, ਪੁੱਤਰ, ਇਸਤਰੀ,
ਬੱਚੀ ਸਭ ਨੂੰ ਲੈ ਲਿਆ ਹੈ ਜੀ। ਵਹਿਰ ਨਗਰ ਤੇ ਨਿਕਸ ਬਹੋਰੀ, ਪਹੁੰਚੇ ਤਿਸੇ ਠੌਰ ਕੋ ਟੋਰੀ। ਨਗਰ ਤੋਂ ਬਾਹਰ ਨਿਕਲ ਆਏ ਤੇ ਉਸ ਥਾਂ ਨੂੰ ਭਾਲ ਕੇ ਉੱਥੇ ਪਹੁੰਚ ਗਏ ਜੀ। ਸ੍ਰੀ ਅੰਗਦ ਜੀ ਸੁਨਹੁ ਅਗਾਰੀ, ਜਸ ਬੀਤੇ ਤਸ ਕਰਉ ਉਚਾਰੇ। ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣੋ, ਜਿਸ ਤਰ੍ਹਾਂ ਬੀਤੀ ਮੈਂ ਉਸੇ ਤਰ੍ਹਾਂ ਉਚਾਰਨ ਕਰਾਂਗਾ ਜੀ। ਉਤੋ 50 ਕੋਸ ਪਰ ਡੇਰਾ, ਦਲ ਬਾਬਰ ਕੇ ਸੰਗ ਕਨੇਰਾ। ਜਿਹੜਾ ਬਾਬਰ ਹੈ ਉਹਦੇ ਨਾਲ ਬਹੁਤ ਵੱਡੀ ਫੌਜ ਸੀ ਤੇ ਉਹਨੇ 50 ਕੋਹ ਦੀ ਦੂਰੀ ਤੇ ਆਪਣਾ ਡੇਰਾ ਕੀਤਾ ਹੋਇਆ ਸੀ ਜੀ। ਤੁਰ ਕੇ ਬਲੇ ਤੁਰੰਗ ਵਿਸਾਲਾ, ਬਹੁਤ ਦੂਰ ਗਮਨੈ ਤਤਕਾਲ। ਉਹਨਾਂ ਦੇ ਕੋਲ ਬਹੁਤ ਵੱਡੇ ਬਲਵਾਨ ਤੁਰਕੀ ਘੋੜੇ ਸਨ, ਜਿਸ ਕਰਕੇ ਬਹੁਤ ਦੂਰੋਂ ਉਹ ਛੇਤੀ ਆ ਪਹੁੰਚੇ ਜੀ। ਤਹ ਛਨ ਬਾਬਰ ਕੋ ਮਨ ਫੇਰਾ, ਏਮਨਾਬਾਦ ਨਗਰ ਲਿਓ ਘੇਰਾ। ਉਸ ਵੇਲੇ ਬਾਬਰ ਨੇ, ਉਹਦੀ ਫੌਜ ਨੇ ਆ ਕੇ ਐਮਨਾਬਾਦ ਨਗਰ ਘੇਰ ਲਿਆ ਜੀ। ਅਕਸ ਮਾਤਰ ਅਬ ਪਰੇ ਹਉ ਜਾਏ, ਤੋਰਨ ਤਿਨ ਕੋ ਦਿਓ ਬਿਚਲਾਏ। ਉਹਦਾ ਇਰਾਦਾ ਸੀ ਵੀ ਅਚਾਨਕ ਮੈਂ ਪਠਾਣਾਂ ਤੇ ਹਮਲਾ ਕਰ ਦਿਆਂਗਾ, ਤੁਰੰਤ ਉਹਨਾਂ ਦੇ ਵਿੱਚ ਭਗਦੜ ਪਾ ਦਿਆਂਗਾ, ਹਾਹਾਕਾਰ ਮਚ ਜਾਏਗੀ ਤੇ ਟਿਕਾਣੇ ਸਿਰ ਨਹੀਂ ਰਹਿਣ ਦੇਵਾਂਗਾ ਜੀ। ਮਾਨੀ ਆਨ ਨ ਮਨ ਮੇ ਮੋਰੇ, ਅਸ ਪਠਾਨ ਹਨਿ ਹਉ ਕਰ ਜੋਰੀ। ਇਹ ਅਹੰਕਾਰੀ ਮੇਰੀ ਈਣ ਨਹੀਂ ਮੰਨਦੇ, ਇਸ ਤਰ੍ਹਾਂ ਮੈਂ ਪਠਾਣਾਂ ਨੂੰ ਜ਼ਬਰਦਸਤੀ ਮਾਰ ਦੇਵਾਂਗਾ ਜੀ। ਸਰਬ ਸੈਨ ਕੋ ਆਇਸ ਦੀਨੀ, ਅਸ ਪਰ ਪਾਏ ਪਖ ਰਹਿ ਲੀਨੀ। ਸਾਰੀ ਫੌਜ ਨੂੰ ਆਗਿਆ ਦੇ ਦਿੱਤੀ, ਹੁਕਮ ਦਿੱਤਾ, ਘੋੜਿਆਂ ਤੇ ਕਾਠੀਆਂ ਪਾ ਲਈਆਂ ਜੀ। ਜੋਧਾ ਸੁਨਦ ਬਧ ਹੈ ਸਭੇ, ਲੀਨ ਤੁਫੰਗੈ ਕਸ ਕਰ ਤਬੇ। ਸਾਰੇ ਯੋਧਿਆਂ ਨੇ ਕਵਚ ਪਹਿਨ ਤੇ ਕਮਰ ਬੰਨ੍ਹ ਕੇ, ਕਮਰ ਕੱਸੇ ਕਰਕੇ ਉਸੇ ਵੇਲੇ ਬੰਦੂਕਾਂ ਘੁੱਟ ਕੇ ਫੜ ਲਈਆਂ ਜੀ। ਘੋਰਨ ਪਰ ਹੈ ਕੈ ਅਸਵਾਰਾ, ਕਰੀ ਦੌਰ ਨ ਲਗੀ ਅਵਾਰਾ। ਘੋੜਿਆਂ ਤੇ ਸਵਾਰ ਹੋ ਕੇ ਦੌੜ ਪਏ, ਕੁਝ ਵੀ ਦੇਰ ਨਾ ਲੱਗੀ ਜੀ। ਮਾਰਗ ਵਿਖੈ ਆਪ ਗਾ ਜਿਤੀ, ਪ੍ਰਭ ਰਖ ਪਿਖੈ ਸ਼ੁਸ਼ਕ ਗਈ ਕੀਤੀ। ਕਹਿੰਦੇ ਰਸਤੇ ਵਿੱਚ ਜਿੰਨੀਆਂ ਵੀ ਨਦੀਆਂ ਸਨ, ਉਹ ਸਾਰੀਆਂ ਨਦੀਆਂ ਇੱਦਾਂ ਹੋ ਗਈਆਂ ਵੀ ਜਿਵੇਂ ਖੁਸ਼ਕ ਹੋ ਗਈਆਂ ਹੁਣ। ਭਾਵ ਕੋਈ ਵੀ ਨਦੀ ਉਹਨਾਂ ਦੀ ਫੌਜ ਨੂੰ ਅਟਕਾ ਨਹੀਂ ਸਕੀ ਜੀ। ਬੜੇ ਬੇਗ ਸੋ ਤੁਰੰਗ ਚਲਾਏ, ਤੋਰਨ ਪਹੁੰਚੈ ਸਰਬ ਬਿਸਮਾਏ। ਤੇ ਜਿਹੜੀਆਂ ਆਮ ਪਿੰਡਾਂ ਦੇ ਵਿੱਚ ਨਹਿਰਾਂ ਹੁੰਦੀਆਂ ਸਨ, ਘੋੜੇ ਘੋੜੀਆਂ ਤੇ ਉਹਨਾਂ ਨੂੰ ਬੜੀ ਆਸਾਨੀ ਨਾਲ ਹੀ ਟੱਪ ਜਾਂਦੇ ਸੀ, ਤੇ ਜਿਹੜੇ ਤੁਰਕੀ ਘੋੜੇ ਉਹ ਤੇ ਹੋਰ ਬਲਵਾਨ, ਇਸ ਵਾਸਤੇ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਹੀ ਨਹੀਂ ਪਈ, ਉਹ ਬਿਨਾਂ ਰੁਕਾਵਟ ਤੋਂ ਚੱਲਦੇ ਆਏ। ਕਹਿੰਦੇ ਬਹੁਤ ਤੇਜ਼ੀ ਨਾਲ ਉਹਨਾਂ ਘੋੜੇ ਭਜਾਏ, ਵੱਡੇ ਬੇਗ ਸੋਂ ਤਰੰਗ ਚਲਾਏ ਤੇ ਬਹੁਤ ਜਲਦੀ ਪਹੁੰਚ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜੀ। ਜੋ ਮਾਰਗ ਤੋਂ ਦੂਰ ਕਨੇਰੇ, ਕਰਿਓ ਸਮੀਪ ਪ੍ਰਭੂ ਤਿਸ ਬੇਰੇ। ਆਮ ਮਨੁੱਖ ਵਾਸਤੇ ਜਿਹੜਾ ਰਸਤਾ ਬੜੀ ਦੂਰੀ ਦਾ ਸੀ, ਉਹ ਉਹਨਾਂ ਨੇ ਬੜੀ ਛੇਤੀ ਹੀ ਤੈਅ ਕਰ ਲਿਆ। ਕਹਿੰਦੇ ਇੱਦਾਂ ਹੋ ਗਿਆ ਕਿ ਜਿਵੇਂ ਰਸਤਾ ਹੀ ਨਜ਼ਦੀਕ ਹੋ ਗਿਆ ਹੋਵੇ ਜੀ। ਸਵਾ ਪਹਿਰ ਮੈਂ ਪਹੁੰਚੇ ਆਏ, ਸਰਬ ਨਗਰ ਕਉ ਭੌਰੇ ਪਾਏ। ਸਵਾ ਪਹਿਰ ਦੇ ਸਮੇਂ ਵਿੱਚ ਪਹੁੰਚ ਗਏ, ਸਾਰੇ ਨਗਰ ਨੂੰ ਘੇਰਾ ਪਾ ਲਿਆ ਜੀ। ਦਿਵਸ ਚੜੇ ਮੰਡਿਓ ਰਣ ਭਾਰੇ,
ਛੁਟਤ ਤੁਫੰਗ ਮਨਹੁ ਪਚਕਾਰੇ। ਕਹਿੰਦੇ ਦੇਖੋ ਜਲਦੀ ਜਲਦੀ ਉਹਨਾਂ ਆਇਆਂ ਨੂੰ ਕੋਈ ਦੇਰ ਨਹੀਂ ਲੱਗੀ, ਜਲਦੀ ਜਲਦੀ ਆਏ ਨੇ, ਜਲਦੀ ਜਲਦੀ ਉਹਨਾਂ ਨੇ ਆ ਕੇ ਘੇਰਾ ਪਾ ਲਿਆ ਹੈ। ਦਿਵਸ ਚੜ੍ਹੇ ਮੰਡਿਓ ਰਣ ਭਾਰੀ, ਦਿਨ ਚੜ੍ਹਦੇ ਹੀ ਭਾਰੀ ਜੰਗ ਮੈਦਾਨ ਵਿੱਚ ਜੰਗ ਹੋਈ ਹੈ। ਬੰਦੂਕਾਂ ਤੇ ਹੋਰ ਕਈ ਸ਼ਸਤਰ ਚੱਲ ਰਹੇ ਹਨ ਜੀ। ਸਾਗ ਪ੍ਰਹਾਰਹਿ ਮੂਠ ਗੁਲਾਲਾ, ਢਾਲੈ ਬਨੀ ਮਨਹੁ ਡਫ ਮਾਲਾ। ਇਦਾਂ ਦੇਖਣ ਨੂੰ ਲੱਗ ਰਿਹਾ ਸੀ ਵੀ ਜਿਵੇਂ ਹੋਲੀ ਖੇਡ ਰਹੇ ਹੋਣ, ਜਿੱਦਾਂ ਪਿਚਕਾਰੀਆਂ ਦੇ ਨਾਲ ਇੱਕ ਦੂਜੇ ਤੇ ਰੰਗ ਪਾਉਂਦੇ, ਕੱਪੜੇ ਰੰਗੇ ਜਾਂਦੇ ਨੇ। ਇਸੇ ਤਰ੍ਹਾਂ ਜਿਹਦੇ ਉੱਤੇ ਸ਼ਸਤਰ ਦਾ ਵਾਰ ਹੁੰਦਾ ਜਾਂ ਬੰਦੂਕ ਦੀ ਗੋਲੀ ਲੱਗਦੀ, ਉਹਦੇ ਕੱਪੜੇ ਖੂਨੋ ਖੂਨ ਹੋ ਜਾਂਦੇ, ਖੂਨ ਨਾਲ ਰੰਗੇ ਜਾਂਦੇ, ਲਾਲ ਹੋ ਜਾਂਦੇ। ਇਸ ਤਰ੍ਹਾਂ ਕਹਿੰਦੇ ਸਾਂਗ ਪ੍ਰਹਾਰੇ ਮੂਠ ਗੁਲਾਲਾ, ਬਰਛੀਆਂ ਮਾਰਦੇ ਹਨ ਮਾਨੋ ਗੁਲਾਲ ਦੀ ਮੁੱਠ ਸੁੱਟਦੇ ਹੋਣ। ਢਾਲੇ ਬਣੀ ਮਨੋ ਡਫ ਮਾਲਾ, ਤੇ ਢਾਲਾਂ ਮਾਨੋ ਡਫਾਂ ਦੀਆਂ ਪੰਗਤੀਆਂ ਜਾਪਦੀਆਂ ਸਨ। ਇਸ ਤਰ੍ਹਾਂ ਇੱਕ ਦੂਜੇ ਉੱਤੇ ਵੱਧ ਚੜ੍ਹ ਕੇ ਵਾਰ ਕਰਦੇ ਸਨ। ਜਿਹੜੇ ਪਹਿਲਾਂ ਉੱਥੇ ਮੌਜੂਦ ਸਨ ਉਹ ਤਾਂ ਮੰਤਰ ਹੀ ਪੜ੍ਹਦੇ ਰਹਿ ਗਏ। ਉਹ ਕਹਿੰਦੇ ਕੋਈ ਲੋੜ ਨਹੀਂ ਬੰਦੂਕਾਂ ਚੁੱਕਣ ਦੀ, ਅਸੀਂ ਮੰਤਰ ਪੜ੍ਹਾਂਗੇ, ਬਾਬਰ ਦੀ ਫੌਜ ਅੰਨੀ ਹੋ ਜਾਏਗੀ। ਪਰ ਉਹਨਾਂ ਦੇ ਮੰਤਰ ਕੰਮ ਹੀ ਨਾ ਆਏ। ਇਸੇ ਲਈ ਭਾਈ ਗੁਰਦਾਸ ਜੀ ਕਹਿੰਦੇ ਵੀ ਕਿਸੇ ਦੇ ਘਰ ਨੂੰ ਅੱਗ ਲੱਗ ਜਾਵੇ ਤੇ ਉਹ ਕਵੇ ਵੀ ਹੁਣੇ ਖੂਹ ਪੁੱਟ ਕੇ ਪਾਣੀ ਕੱਢ ਕੇ ਬੁਝਾਵਾਂਗਾ, ਤੇ ਅੱਗ ਨੇ ਤੇ ਘਰ ਸਾੜ ਕੇ ਸਵਾਹ ਕਰ ਦੇਣਾ ਹੁੰਦਾ ਹੈ। ਕੋਈ ਜੰਗ ਦੇ ਮੈਦਾਨ ਵਿੱਚ ਜਾਣਾ ਪੈ ਜੇ ਵੀ ਕਵੇ ਹੁਣ ਹੀ ਮੈਂ ਸ਼ਸਤਰ ਵਿੱਦਿਆ ਸਿੱਖ ਕੇ ਨਿਪੁੰਨ ਹੋ ਕੇ ਜਾ ਕੇ ਜੰਗ ਦਾ ਮੈਦਾਨ ਜਿੱਤ ਲਵਾਂਗਾ, ਕਿੱਥੋਂ ਜਿੱਤ ਸਕੇਗਾ। ਉਹਨਾਂ ਤੇ ਅਭਿਆਸ ਹੀ ਛੱਡ ਦਿੱਤੇ ਸਨ, ਸ਼ਸਤਰ ਅਭਿਆਸ। ਮੰਤਰ ਪੜ੍ਹਨ ਵਾਲਿਆਂ ਦੇ ਆਸਰੇ ਤੇ ਰਹਿ ਗਏ, ਤੇ ਇੱਕ ਵੀ ਮੰਤਰ ਜਿਹੜਾ ਸੀ ਉਹਨਾਂ ਦਾ ਕੰਮ ਨਾ ਆਇਆ। ਬਾਬਰ ਦੀ ਫੌਜ ਨੇ ਆ ਕੇ ਬੁਰੀ ਤਰ੍ਹਾਂ ਮਾਰ ਮਾਰੀ। ਕਹਿੰਦੇ ਇਸ ਤਰ੍ਹਾਂ ਸੀ, ਢਾਲੇ ਬਣੀ ਮਨੋ ਡਫ ਮਾਲਾ, ਢਾਲਾਂ ਜਿਹੜੀਆਂ ਉਹ ਮਾਨੋ ਡਫਾਂ ਦੀਆਂ ਪੰਗਤੀਆਂ ਲੱਗਦੀਆਂ ਸਨ ਜੀ। ਭਕ ਭਕ ਘਾਓ ਸ਼ਬਦ ਤਿਨ ਕੇਰਾ, ਨਿਕਸੇ ਮੀਝ ਅੰਬੀਰ ਗੇਰਾ। ਜ਼ਖਮਾਂ ਦੇ ਫਟਣ ਤੇ ਲਹੂ ਜ਼ੋਰ ਨਾਲ ਚੱਲਣ ਨਾਲ ਭਕ ਭਕ ਦੀ ਆਵਾਜ਼ ਆਉਂਦੀ ਸੀ। ਸਰੀਰ ਦੀ ਚਕਨਾਈ ਮਿੱਝ ਨਿਕਲ ਰਹੀ ਸੀ, ਮਾਨੋ ਗੁਲਾਬ ਵਰਗਾ ਲਾਲ ਰੰਗ ਸੁੱਟਿਆ ਹੋਵੇ ਜੀ। ਸ਼੍ਰੋਣਤ ਬਸਤਰ ਰੰਗ ਭਏ ਲਾਲਾ, ਮਾਨੋ ਰੰਗ ਪਤੰਗੇ ਡਾਲਾ। ਖੂਨ ਨਾਲ ਲਿਬੜੇ ਕੱਪੜੇ ਲਾਲੋ ਲਾਲ ਰੰਗ ਵਾਲੇ ਹੋ ਗਏ ਸਨ, ਮਾਨੋ ਸਵੇਰ ਦੇ ਸੂਰਜ ਜਾਂ ਲਾਲ ਚੰਦਨ ਦਾ ਰੰਗ ਪਿਆ ਹੋਵੇ ਜੀ। ਕਰ ਮੈਂ ਚਮਕ ਰਹੇ ਕਰਵਾਰੈ, ਛਟੇ ਮਨਹੁ ਫੂਲਨ ਕੀ ਧਾਰੈ। ਹੱਥਾਂ ਵਿੱਚ ਤਲਵਾਰਾਂ ਚਮਕ ਰਹੀਆਂ ਸਨ, ਮਾਨੋ ਢਾਲਾਂ ਤੇ ਬਣੇ ਫੁੱਲ ਇਸ ਤਰ੍ਹਾਂ ਉਹਨਾਂ ਦੀ ਧਾਰਾਂ ਹੋਣ। ਇਸ ਤਰ੍ਹਾਂ ਹੱਥਾਂ ਵਿੱਚ ਤਲਵਾਰਾਂ ਚਮਕਦੀਆਂ ਸਨ, ਤੇ ਬਹੁਤ ਮਾਰੋ ਮਾਰ ਕਰਦੇ ਜਿਹੜੇ ਬਾਬਰ ਦੇ ਸਿਪਾਹੀ ਨੇ ਉਹ ਪਠਾਣਾਂ ਉੱਤੇ ਭਾਰੀ ਪੈ ਗਏ ਜੀ। ਮਾਰ ਮਾਰ ਮੁਖ ਗਾਵਹਿ ਗੀਤਾ, ਖੇਲਤ ਭਾਗ ਮਨੋ ਕਰ ਪ੍ਰੀਤਾ। ਉਹ ਮਾਰੋ ਮਾਰ ਆਖਦੇ ਸਨ, ਮਾਨੋ ਖੂਨ ਦੇ ਸੋਹਲੇ ਗਾ ਰਹੇ ਸਨ। ਗਾਵੇਂ ਗੀਤਾ, ਖੂਨ ਕੇ ਸੋਹਲੇ ਗਾਵੀਏ ਨਾਨਕ, ਰਾਤ ਕਾ ਕੁੰਗੂ ਪਾਏ ਵੇ ਲਾਲੋ। ਮਾਨੋ ਪ੍ਰੇਮ ਨਾਲ ਜਿਸ ਤਰ੍ਹਾਂ ਹੋਲੀ ਖੇਡਦੇ ਇੱਕ ਦੂਜੇ ਤੇ ਰੰਗ ਪਾਉਂਦੇ ਨਾ, ਇੱਦਾਂ ਇੱਕ ਦੂਜੇ ਨੂੰ ਜ਼ਖਮ ਦੇ ਕੇ ਉਹਨਾਂ ਦੇ ਸਰੀਰ ਵਿੱਚੋਂ ਖੂਨ ਕੱਢਦੇ ਤੇ ਕੱਪੜੇ ਰੰਗੇ ਜਾਂਦੇ ਸਨ ਜੀ। ਭਏ ਨਿਸੰਗ ਬੀਰ ਇੱਕ ਬੀਰਾ,
ਬਜਿਓ ਸਾਰ ਸੌ ਸਾਰ ਕਨੇਰਾ। ਇੱਕ ਵਾਰੀ ਤਾਂ ਦੋਵਾਂ ਪਾਸਿਆਂ ਤੋਂ ਯੋਧੇ ਨਿਰਭੈ ਹੋ ਕੇ ਲੋਹੇ ਤੇ ਲੋਹਾ ਖੜਕਾਉਣ ਲੱਗੇ ਹਨ ਜੀ। ਵਹਿਰ ਦੁਰਗਤ ਨਿਕਸ ਪਠਾਨਾ, ਕੂਦ ਕੁਲਾਚਨ ਹਨ ਹੈ ਕਿਰਪਾਨਾ। ਪਠਾਣਾ ਨੇ ਕਿਲੇ ਤੋਂ ਬਾਹਰ ਨਿਕਲ ਕੇ ਛਾਲਾਂ ਮਾਰਦੇ ਹੋਏ ਕੁੱਦ ਕੁੱਦ ਕੇ ਤਲਵਾਰਾਂ ਨਾਲ ਮੁਗਲਾਂ ਨੂੰ ਮਾਰਿਆ ਜੀ। ਏਕ ਬਾਰ ਪਰੇ ਅਰ ਰਾਏ, ਤੀਰ ਤੁਫੰਗਾ ਬਹੁਤ ਚਲਾਏ। ਇੱਕ ਵਾਰ ਤਾਂ ਲਲਕਾਰ ਕੇ ਮੁਗਲਾਂ ਤੇ ਪੈ ਗਏ, ਬਹੁਤ ਤੀਰ ਚਲਾਏ, ਬੰਦੂਕਾਂ ਚਲਾਈਆਂ ਜੀ। ਸ਼੍ਰੀ ਪ੍ਰਭ ਬਚਤੇ ਫੇਟੇ ਪਰਹੇ, ਕੋਈ ਨਾ ਸ਼ਸਤਰ ਕਾਜ ਕਛ ਕਰਹੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਤਰ੍ਹਾਂ ਕਿਹਾ ਸੀ ਉਸੇ ਤਰ੍ਹਾਂ ਹੀ ਹੋਣਾ ਸੀ, ਪਰ ਇੱਕ ਵਾਰੀ ਲੱਗਦਾ ਸੀ ਕਿ ਪਠਾਨ ਮੁਗਲਾਂ ਤੇ ਭਾਰੀ ਪੈ ਗਏ ਹਨ, ਪਰ ਉਹ ਕੁਝ ਕੀ ਸਨ ਉਹਨਾਂ ਦੇ ਵਿੱਚ। ਜਦੋਂ ਉਹਨਾਂ ਦੀ ਮੌਤ ਹੋ ਗਈ ਤੇ ਫਿਰ ਤੇ ਮੁਗਲਾਂ ਨੇ ਪਠਾਨਾਂ ਨੂੰ ਬੜੀ ਬੁਰੀ ਮਾਰ ਮਾਰੀ। ਕੋਈ ਹਥਿਆਰ ਕੁਝ ਕੰਮ ਨਹੀਂ ਸੀ ਆ ਰਿਹਾ ਮੁਗਲਾਂ ਦਾ। ਇੱਕ ਵਾਰੀ ਐਸਾ ਮਾਹੌਲ ਬਣ ਗਿਆ, ਅੱਗੇ ਬਹੁਤ ਸਮਾਂ ਰੁਕੇ ਰਹੇ ਬਾਬਰ ਦੀ ਫੌਜ ਦੇ ਅੱਗੇ। ਬਾਬਰ ਗੁੱਸਾ ਖਾ ਕੇ ਫੇਰ ਆ ਕੇ ਜੋਸ਼ ਵਿੱਚ ਬੋਲਿਆ ਹੈ। ਹੁਣ ਜਦੋਂ ਕਮਾਂਡਰ ਪਿੱਛੋਂ ਲਲਕਾਰਾ ਮਾਰੇ ਨਾ, ਆ ਪਿੰਡਾਂ ਵਿੱਚ ਹੀ ਛੋਟੀ ਮੋਟੀ ਲੜਾਈ ਹੁੰਦੀ ਹੋਵੇ ਤੇ ਕੋਈ ਕਹਿ ਲੈ ਵੀ ਫੜ ਲਓ ਤੁਹਾਡੇ ਨਾਲ ਆ, ਤੇ ਜਿਹੜੇ ਲੱਗਦਾ ਹੁੰਦਾ ਵੀ ਇਹ ਲਤਾੜੇ ਜਾ ਰਹੇ ਨੇ, ਇੱਕੇ ਦਮ ਉਹ ਤਕੜੇ ਹੋ ਜਾਂਦੇ ਨੇ। ਲਲਕਾਰਾ ਹੌਸਲੇ ਦਾ ਕੰਮ ਕਰਦਾ ਹੈ। ਬਾਬਰ ਨੇ ਵੀ ਆਣ ਕੇ ਲਲਕਾਰਾ ਮਾਰਿਆ ਇਹ ਤਕੜੇ ਹੋ ਜਾਓ, ਤੇ ਹੁਣ ਉਹ ਤਕੜੇ ਹੋਣਗੇ, ਫਿਰ ਪਠਾਣਾਂ ਦੇ ਉੱਤੇ ਪੈ ਜਾਣਗੇ ਟੁੱਟ ਕੇ। ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਹੈ। 7 ਕੱਤਕ ਨੂੰ 1563 ਸੰਮਤ ਨੂੰ ਪਿੰਡ ਕੱਥੂ ਨੰਗਲ ਦੇ ਵਿੱਚ ਸੁੱਗੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖ ਤੋਂ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ ਹੈ। ਜਦੋਂ ਬਾਲਕ ਨੇ ਜਨਮ ਲਿਆ ਨਾ ਸੁੱਗੇ ਰੰਧਾਵੇ ਦੇ ਘਰ, ਤੇ ਉਹਨਾਂ ਨੇ ਨਾਂ ਰੱਖਿਆ ਸੀ ਬੂੜਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਪਨ ਵਿੱਚ ਮਿਲਦੇ ਨੇ ਤੇ ਉਦੋਂ ਉਹਨਾਂ ਦੀ ਉਮਰ ਤਕਰੀਬਨ 12 ਕੁ ਸਾਲ ਦੀ ਸੀ। 125 ਸਾਲ ਸਾਰੀ ਉਮਰ ਹੋਈ ਹੈ ਤੇ 113 ਸਾਲ ਗੁਰੂ ਘਰ ਦੀ ਸੇਵਾ ਕੀਤੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਨੂੰ ਇੱਦਾਂ ਲੱਗਦਾ ਹੈ ਵੀ ਸਾਰਿਆਂ ਤੋਂ ਜ਼ਿਆਦਾ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਕੀਤੀ ਹੈ। ਔਰ 5 ਪਾਤਸ਼ਾਹੀਆਂ ਨੂੰ ਗੁਰਤਾ ਗੱਦੀ ਸਮੇਂ ਤਿਲਕ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੂੰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਮਿਲੇ ਨੇ ਤੇ ਫਿਰ ਆਪਣੇ ਘਰੋਂ ਦੁੱਧ ਲੈ ਕੇ ਆਏ ਨੇ। ਜਦੋਂ ਦੁੱਧ ਲੈ ਕੇ ਆਏ, ਆਖਿਆ ਸੰਤ ਜੀ ਬਾਬਾ ਜੀ ਦੁੱਧ ਛਕੋ, ਤੇ ਕੋਲ ਬਹਿ ਕੇ ਨਾਲੇ ਬਚਨ ਕੀਤਾ। ਕਹਿੰਦੇ ਕਿ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ, ਮੈਨੂੰ ਮੌਤ ਤੋਂ ਬਚਾ ਲਓ। ਗੁਰੂ ਸਾਹਿਬ ਕਹਿਣ ਲੱਗੇ ਵੀ ਇਹ ਖਿਆਲ ਤੇਰੇ ਮਨ ਵਿੱਚ ਕਿੱਦਾਂ ਪੈਦਾ ਹੋਇਆ, ਜਦੋਂ ਕਿ ਤੇਰੀ ਉਮਰ ਦੇ ਬੱਚੇ ਜਿਹੜੇ ਨੇ ਉਹ ਖੇਡਾਂ ਖੇਡਦੇ ਪਏ ਨੇ ਤੇ ਤੂੰ ਮੌਤ ਦੀਆਂ ਗੱਲਾਂ ਕਰਦਾ ਪਿਆ ਹੈ। ਆਖਿਆ ਸਾਡੇ ਖੇਤਾਂ ਵਿੱਚੋਂ ਦੀ ਮੁਗਲ ਲੰਘੇ ਸਨ ਤੇ ਉਹਨਾਂ ਦੇ ਕੋਲ ਜਿਹੜੇ ਘੋੜੇ ਘੋੜੀਆਂ ਸਨ, ਜਿੱਥੋਂ ਦੀ ਲੰਘਦੇ ਗਏ ਫਸਲਾਂ ਉਜਾੜੀ ਗਏ। ਤੇ ਜਦੋਂ ਮੈਂ ਦੇਖਿਆ ਜਿਹੜੀ ਸਭ ਤੋਂ ਛੋਟੀ ਖੇਤੀ ਸੀ ਪਹਿਲਾਂ ਉਹ ਉਹਨਾਂ ਨੇ ਉਜਾੜੀ ਤੇ ਉਸ ਤੋਂ ਬਾਅਦ ਵੱਡੀ ਖੇਤੀ ਨੂੰ ਉਜਾੜਿਆ। ਮੇਰੇ ਮਨ ਵਿੱਚ ਖਿਆਲ ਆਇਆ ਕਿ ਮੌਤ ਦਾ ਕੀ ਪਤਾ ਹੈ ਕਿ ਉਹ ਬਚਪਨ ਵਿੱਚ ਲੈ ਜਾਵੇ, ਜਿੱਦਾਂ ਛੋਟੀ ਖੇਤੀ ਸਭ ਤੋਂ ਪਹਿਲਾਂ ਉਜੜ ਗਈ।
ਇਸ ਵਾਸਤੇ ਮੇਰੇ ਮਨ ਵਿੱਚ ਖਿਆਲ ਆਇਆ, ਮੌਤ ਦਾ ਕੋਈ ਭਰੋਸਾ ਨਹੀਂ, ਤੇ ਬਾਬਾ ਇਹਦੇ ਤੋਂ ਬਚਣ ਦਾ, ਇਹਦੇ ਡਰ ਨੂੰ ਦੂਰ ਕਰਨ ਦਾ ਕੋਈ ਢੰਗ ਤਰੀਕਾ ਦੱਸ। ਗੁਰੂ ਸਾਹਿਬ ਦੇ ਨਾਲ ਜਦੋਂ ਕਈ ਬਚਨ ਹੋਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਸੀ ਕਿ ਉਮਰ ਤੇਰੀ ਬੱਚਿਆਂ ਵਾਲੀ ਹੈ, ਗੱਲਾਂ ਤੇਰੀਆਂ ਬੁੱਢਿਆਂ ਵਾਲੀਆਂ, ਤੂੰ ਤੇ ਸਾਡਾ ਬਾਬਾ ਬੁੱਢਾ ਹੈ। ਗੁਰੂ ਦੇ ਬਚਨਾਂ ਅਨੁਸਾਰ ਨਾਮ ਬੁੱਢਾ ਪੈ ਗਿਆ। ਸਤਿਕਾਰ ਦੇ ਨਾਲ ਫਿਰ ਉਹਨਾਂ ਨੂੰ ਜਿਹੜਾ ਨਾਮ ਮਿਲਿਆ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨਾਂ ਦਾ ਇੰਨਾ ਪ੍ਰਭਾਵ ਪਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ ਤੇ ਫਿਰ ਗੁਰੂ ਘਰ ਦੇ ਬਣ ਕੇ ਰਹਿ ਗਏ। ਘਰ ਗ੍ਰਸਤੀ ਵੀ ਨਿਭਾਈ ਤੇ ਗੁਰੂ ਘਰ ਦੇ ਵਿੱਚ ਸੇਵਾ ਵੀ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਰ ਹੁਕਮ ਨੂੰ ਮੰਨਣ ਵਾਲੇ ਬਾਬਾ ਬੁੱਢਾ ਸਾਹਿਬ ਜੀ। ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤਾ ਸੀ ਕਿ ਬੁੱਢਿਆ ਤੈਥੋਂ ਓਲੇ ਕਦੇ ਨਾ ਹੋਸਾਂ, ਭਾਵ ਤੇਰੇ ਤੋਂ ਕਦੇ ਵੀ ਮੈਂ ਓਲੇ ਨਹੀਂ ਹੋਵਾਂਗਾ, ਤੂੰ ਸਦਾ ਸਾਡੀ ਸੇਵਾ ਵਿੱਚ ਰਹੇਗਾ। ਇਹਦਾ ਭਾਵ ਇਹ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਆਹੂਤੀ ਵਿੱਚ ਜਿਉਂਦੇ ਜੀ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਨੇ ਹੱਥੀਂ ਤਿਲਕ ਦਿੱਤਾ। ਗੁਰੂ ਅੰਗਦ ਦੇਵ ਜੀ ਬਣ ਕੇ ਗੁਰਤਾ ਗੱਦੀ 'ਤੇ ਬਿਰਾਜੇ ਤੇ ਫਿਰ ਆ ਕੇ ਮਾਈ ਵਿਰਾਈ ਦੇ ਘਰ ਜਦੋਂ ਅੰਦਰ ਬਹਿ ਗਏ ਸਨ ਤੇ ਕਿਸੇ ਨੂੰ ਦੱਸਿਆ ਨਹੀਂ ਸੀ ਅਸੀਂ ਕਿੱਥੇ ਆ। ਤੇ ਫਿਰ ਸਿੱਖਾਂ ਨੇ, ਸੰਗਤ ਨੇ ਵਿਚਾਰ ਕੀਤੀ, ਇੱਕੋ ਇੱਕ ਬਾਬਾ ਬੁੱਢਾ ਸਾਹਿਬ ਜੀ ਹਨ ਜਿਨ੍ਹਾਂ ਨੂੰ ਪਤਾ ਹੋ ਸਕਦਾ ਵੀ ਗੁਰੂ ਕਿੱਥੇ ਹੈ, ਕਿਉਂਕਿ ਗੁਰੂ ਨੇ ਆਪ ਆਖਿਆ ਵੀ ਤੇਥੋਂ ਓਲੇ ਕਦੇ ਨਹੀਂ ਹੋਵਾਂਗਾ। ਫਿਰ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਦੇ ਪਿਆਰੇ ਸਿੱਖ ਹੋ, ਗੁਰੂ ਤੁਹਾਡੇ ਤੋਂ ਕਦੇ ਓਲੇ ਨਹੀਂ ਹੋਏਗਾ, ਤੇ ਸਾਨੂੰ ਦੱਸੋ ਗੁਰੂ ਕਿੱਥੇ ਹੈ। ਬਾਬਾ ਬੁੱਢਾ ਸਾਹਿਬ ਜੀ ਸੰਗਤ ਸਮੇਤ ਮਾਈ ਵਿਰਾਈ ਦੇ ਘਰ ਆਏ ਤੇ ਜਦੋਂ ਉਹਨੂੰ ਪੁੱਛਿਆ ਤੇ ਉਹਨੇ ਦੱਸਿਆ ਨਾ। ਤੇ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਗੁਰੂ ਸਾਹਿਬ ਕਮਰੇ ਦੇ ਅੰਦਰ ਬੈਠੇ ਹੋਏ ਸਨ, ਉੱਥੇ ਸੰਗਤਾਂ ਨੂੰ ਕਹਿੰਦੇ ਤੁਸੀਂ ਗੁਰਬਾਣੀ ਦਾ ਕੀਰਤਨ ਕਰੋ। ਜਦੋਂ ਗੁਰਬਾਣੀ ਨੂੰ ਗਾਵਿਆ, ਗੁਰਬਾਣੀ ਸੁਣ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਹਰ ਆਏ ਤੇ ਸੰਗਤਾਂ ਨੂੰ ਦਰਸ਼ਨ ਦਿੱਤੇ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਨਿਭਾਈ ਤੇ ਸਮਾਂ ਆਇਆ ਗੁਰੂ ਅਮਰਦਾਸ ਮਹਾਰਾਜ ਜੀ ਦਾ। ਗੁਰਤਾ ਗੱਦੀ 'ਤੇ ਬਿਰਾਜੇ, ਹੱਥੀਂ ਤਿਲਕ ਬਾਬਾ ਬੁੱਢਾ ਸਾਹਿਬ ਜੀ ਤੋਂ ਦਵਾਇਆ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਤੇ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਆਪ ਜੀ ਨੇ ਸੇਵਾ ਕੀਤੀ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਭਾਈ ਦਾਤੂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰੀ ਤੇ ਆਪ ਸੰਗਤ ਨੂੰ ਬਿਨਾਂ ਦੱਸਿਆਂ ਉੱਥੋਂ ਚੱਲੇ ਤੇ ਆ ਕੇ ਆਪਣੇ ਨਗਰ ਦੇ ਬਾਹਰ, ਪਿੰਡ ਬਾਸਰਕੇ ਦੇ ਬਾਹਰ ਇੱਕ ਕਮਰੇ ਦੇ ਵਿੱਚ, ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬਾਹਰ ਤਖਤੀ ਲਟਕਾ ਕੇ ਉਹਦੇ ਅੰਦਰ ਬੈਠ ਗਏ ਸਨ। ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਜਿਹੜਾ ਇਸ ਦਰਵਾਜ਼ੇ ਨੂੰ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਹਦੇ ਗੁਰੂ ਨਹੀਂ। ਫਿਰ ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਗੁਰੂ ਕਿੱਥੇ ਹੈ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਜਿਹੜੀ ਗੁਰੂ ਸਾਹਿਬ ਜੀ ਦੀ ਘੋੜੀ ਹੈ ਉਹਦੇ ਉੱਤੇ ਸਵਾਰੀ ਕਰਦੇ ਹੁੰਦੇ ਸਨ, ਉਹ ਇੱਥੇ ਹੀ ਹੈ, ਉਹਨੂੰ ਖੁੱਲ੍ਹੀ ਛੱਡ ਦਿਓ, ਉਹ ਆਪੇ ਗੁਰੂ ਤੱਕ ਪਹੁੰਚੇਗੀ ਤੇ ਪਿੱਛੇ ਪਿੱਛੇ ਆਪਾਂ ਪਹੁੰਚਾਂਗੇ। ਬਾਸਰਕੇ ਨਗਰ ਦੇ ਬਾਹਰ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਨ ਸਾਹਿਬ ਬਣਿਆ ਹੋਇਆ ਹੈ, ਉੱਥੇ ਜਦੋਂ ਪਹੁੰਚੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਿਆ, ਲਿਖਿਆ ਹੋਇਆ ਵੀ ਦਰਵਾਜ਼ਾ ਖੋਲ੍ਹਣ ਵਾਲਾ ਸਾਡਾ ਸਿੱਖ ਨਹੀਂ ਹੋਏਗਾ। ਤੇ ਬਾਬਾ ਬੁੱਢਾ ਸਾਹਿਬ ਨੇ ਪਿਛਲੇ ਬੰਨੇ ਜਾ ਕੇ
ਕੰਧ ਦੇ ਵਿੱਚ ਪਾੜ ਪਾਇਆ, ਜਿੱਦਾਂ ਚੋਰ ਸੰਨ ਲਾਉਂਦੇ ਹੁੰਦੇ ਸਨ। ਉਹਦੇ ਵਿੱਚ ਮੋਹਰਾ ਕੱਢ ਕੇ ਉਸ ਮੋਹਰੇ ਦੇ ਰਾਹੀਂ ਅੰਦਰ ਦਾਖਲ ਹੋਏ ਤੇ ਗੁਰੂ ਸਾਹਿਬ ਜੀ ਅੱਖਾਂ ਬੰਦ ਕਰਕੇ ਬੈਠੇ ਹੋਏ ਨੇ, ਸਮਾਧੀ ਲੀਨ ਨੇ, ਤੇ ਗੁਰੂ ਦੇ ਪੈਰ ਦੇ ਅੰਗੂਠੇ ਨੂੰ ਫੜ ਕੇ ਹਿਲਾਇਆ। ਗੁਰੂ ਅਮਰਦਾਸ ਮਹਾਰਾਜ ਨੇ ਨੇਤਰ ਖੋਲ੍ਹੇ। ਗੁਰੂ ਅਮਰਦਾਸ ਮਹਾਰਾਜ ਜੀ ਕੁਝ ਬੋਲਦੇ ਇਸ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਸ਼ਬਦ ਕਹਿ, ਬੇਨਤੀ ਭਰੇ ਸ਼ਬਦ ਸਨ। ਕਹਿਣ ਲੱਗੇ, ਸਤਿਗੁਰੂ ਤੁਹਾਡੇ ਹੁਕਮ ਨੂੰ ਠੁਕਰਾਇਆ ਨਹੀਂ ਹੈ। ਦੇਖ ਲਓ ਦਰਵਾਜ਼ਾ ਬੰਦ ਹੈ। ਤੁਸੀਂ ਕਿਹਾ ਸੀ ਦਰਵਾਜ਼ਾ ਨਹੀਂ ਖੋਲ੍ਹਣਾ। ਮੈਂ ਤਾਂ ਪਿਛਲੀ ਕੰਧ ਵਿੱਚ ਪਾੜ ਪਾ ਕੇ ਅੰਦਰ ਆਇਆ। ਸੰਗਤਾਂ ਬੇਬਲ ਹੋ ਰਹੀਆਂ ਨੇ, ਬਾਹਰ ਆ ਕੇ ਉਹਨਾਂ ਨੂੰ ਦਰਸ਼ਨ ਦਿਓ। ਫਿਰ ਗੁਰੂ ਨੇ ਦਰਵਾਜ਼ਾ ਖੁਲਵਾਇਆ, ਆਪ ਬਾਹਰ ਆਏ, ਸੰਗਤਾਂ ਨੂੰ ਦਰਸ਼ਨ ਦਿੱਤੇ। ਉੱਥੇ ਗੁਰਦੁਆਰਾ ਸੰਨ ਸਾਹਿਬ ਬਣਿਆ ਹੋਇਆ ਹੈ ਤੇ ਉਹ ਇੱਕ ਨਿਸ਼ਾਨੀ ਵਜੋਂ ਉਸੇ ਤਰ੍ਹਾਂ ਉਹ ਇੱਕ ਦੀਵਾਰ ਦੇ ਵਿੱਚ ਉਹ ਮੋਹਰਾ ਬਣਾਇਆ ਹੋਇਆ ਹੈ ਗੋਲ, ਪਰ ਜੋ ਪੁਰਾਤਨ ਸੀ ਉਹ ਨਹੀਂ ਹੈ। ਇੱਕ ਇਤਿਹਾਸ ਬਣਾਇਆ ਹੋਇਆ ਵੀ ਇੱਥੇ ਇਸ ਤਰ੍ਹਾਂ ਹੋਇਆ ਸੀ। ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਨਿਭਾਈ। ਗੁਰੂ ਰਾਮਦਾਸ ਮਹਾਰਾਜ ਨੂੰ ਆਪਣੇ ਹੱਥੀਂ ਗੁਰਤਾ ਗੱਦੀ ਦਾ ਤਿਲਕ ਦਿੱਤਾ ਤੇ ਜਦੋਂ ਗੁਰੂ ਰਾਮਦਾਸ ਵੀ ਸੇਵਕ ਹਨ, ਬਾਬਾ ਬੁੱਢਾ ਸਾਹਿਬ ਜੀ ਵੀ ਸੇਵਕ ਹਨ। ਗੁਰੂ ਅਮਰਦਾਸ ਮਹਾਰਾਜ ਜੀ ਤੁੰਗ ਆਦਿ ਪਿੰਡਾਂ ਦੀ ਜਦੋਂ ਜ਼ਮੀਨ ਖਰੀਦਣ ਆਏ ਨੇ, ਬਾਬਾ ਬੁੱਢਾ ਸਾਹਿਬ ਜੀ ਨੂੰ ਚੇਚਾ ਨਾਲ ਲਿਆ ਹੈ। ਸਾਰੀ ਜ਼ਮੀਨ ਫਿਰ ਕੇ ਦੇਖੀ, ਬਾਬਾ ਬੁੱਢਾ ਸਾਹਿਬ ਜੀ ਨੇ ਵੀ ਹਾਮੀ ਭਰੀ, ਇਹ ਆਪਾਂ ਨੂੰ ਲੈ ਲੈਣੀ ਚਾਹੀਦੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਜ਼ਮੀਨ ਖਰੀਦ ਕੇ ਮੋੜੀ ਗੱਡੀ। ਉਹਦੇ ਵਿੱਚ ਫਿਰ ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਹੁਕਮ ਕੀਤਾ ਵੀ ਜਾਓ, ਇੱਕ ਟਾਹਲੀ ਦਾ ਦਰਖਤ ਹੈ, ਉਹਦੇ ਲਾਗੇ ਜਾ ਕੇ ਇੱਕ ਸਰੋਵਰ ਖੋਦਣਾ ਹੈ ਤੇ ਉਹਦਾ ਨਾਮ ਸੰਤੋਖ ਸਰ ਰੱਖਣਾ ਹੈ। ਜਦੋਂ ਆਏ ਉਹ ਜਗ੍ਹਾ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਮੋਹਰ ਲਾਈ ਵੀ ਇਹੀ ਉਹ ਜਗ੍ਹਾ ਹੈ ਜਿਹੜੀ ਗੁਰੂ ਨੇ ਕਹੀ ਹੈ। ਤੇ ਗੁਰੂ ਰਾਮਦਾਸ ਮਹਾਰਾਜ ਨੇ, ਉਹ ਵੀ ਸੇਵਕ ਸਨ, ਬਾਬਾ ਬੁੱਢਾ ਸਾਹਿਬ ਜੀ ਵੀ ਸੇਵਕ ਸਨ, ਪਰ ਉਦੋਂ ਸੇਵਕਾਂ ਵਿੱਚੋਂ ਸ਼੍ਰੋਮਣੀ ਬਾਬਾ ਬੁੱਢਾ ਸਾਹਿਬ ਜੀ ਸਨ। ਗੁਰੂ ਰਾਮਦਾਸ ਮਹਾਰਾਜ ਨੇ ਸੇਵਕ ਰੂਪ ਹੁੰਦਿਆਂ ਅਰਦਾਸ ਕਰਕੇ ਆਪਣੇ ਹੱਥੀਂ ਟੱਕ ਲਾਇਆ ਸੀ ਤੇ ਫਿਰ ਅੱਧਾ ਸਰੋਵਰ ਖੋਦਿਆ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਦੀ ਯਾਦ ਆਈ ਤੇ ਬਾਬਾ ਬੁੱਢਾ ਸਾਹਿਬ ਜੀ, ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਨੂੰ ਮਿਲਣ ਵਾਸਤੇ ਗੋਇੰਦਵਾਲ ਦੀ ਧਰਤੀ ਤੇ ਆ ਗਏ। ਜਦੋਂ ਕੁਝ ਦਿਨ ਰਹੇ ਤੇ ਗੁਰੂ ਨੇ ਫੇਰ ਹੁਕਮ ਕੀਤਾ, ਜਾਓ ਹੁਣ ਇੱਕ ਨਵਾਂ ਸਰੋਵਰ ਖੋਦੋ ਤੇ ਉਹਦਾ ਨਾਂ ਅੰਮ੍ਰਿਤਸਰ ਰੱਖਣਾ। ਸਾਰੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਜ਼ਮੀਨ ਨੂੰ ਵੇਖਿਆ ਤੇ ਫਿਰ ਨਿਰਣਾ ਕੀਤਾ ਵੀ ਇਹ ਉਹ ਜਗ੍ਹਾ ਹੈ ਜਿਹੜੀ ਗੁਰੂ ਅਮਰਦਾਸ ਮਹਾਰਾਜ ਨੇ ਦੱਸੀ। ਹੁਣ ਫੇਰ ਟੱਕ ਲਾਉਣ ਦੀ ਵਾਰੀ ਆਈ ਤੇ ਗੁਰੂ ਰਾਮਦਾਸ ਮਹਾਰਾਜ ਨੇ ਅਰਦਾਸ ਕੀਤੀ। ਪਹਿਲੇ 3 ਗੁਰੂ ਸਾਹਿਬਾਨਾਂ ਦਾ ਨਾਂ ਲੈ ਕੇ ਗੁਰੂ ਅਮਰਦਾਸ ਮਹਾਰਾਜ ਜੀ ਤੱਕ ਤੇ ਅਕਾਲ ਪੁਰਖ ਨੂੰ ਧਿਆ ਕੇ ਅਰਦਾਸ ਕਰਕੇ ਪਹਿਲਾ ਟੱਕ ਗੁਰੂ ਰਾਮਦਾਸ ਮਹਾਰਾਜ ਨੇ ਲਾਇਆ। ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਵੀ ਬੈਠੇ। ਤਿਲਕ ਗੁਰਤਾ ਗੱਦੀ ਦਾ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ। ਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਨਿਭਾਈ ਤੇ ਸਮਾਂ ਆ ਗਿਆ 5ਵੇਂ ਪਾਤਸ਼ਾਹ ਦਾ। 5ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਨਿਭਾਈ। ਤੇ ਜਦੋਂ ਅੰਮ੍ਰਿਤਸਰ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ, ਉੱਥੇ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਸਿਰ ਦੇ ਉੱਤੇ ਟੋਕਰੀ ਵੀ ਢੋਈ ਤੇ ਆਪ ਜਿੱਥੇ ਬੈਠ ਕੇ ਸੰਗਤਾਂ ਤੋਂ ਸੇਵਾ ਵੀ ਕਰਵਾਉਂਦੇ ਸਨ, ਉਸ ਬੇਰੀ ਥੱਲੇ ਬੈਠਦੇ ਸਨ
ਤੇ ਅੱਜ ਉਹ ਪਰਿਕਰਮਾ ਦੇ ਵਿੱਚ ਬੇਰੀ ਹੈ, ਜਿਹਨੂੰ ਆਖਦੇ ਨੇ ਬੇਰ ਬਾਬਾ ਬੁੱਢਾ ਸਾਹਿਬ ਜੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਆਪ ਸਿਰ ਤੇ ਟੋਕਰੀ ਢੋਂਦੇ ਸਨ ਤੇ ਨਾਲ ਸੰਗਤਾਂ ਪਾਸੋਂ ਸੇਵਾ ਕਰਵਾਉਂਦੇ ਸਨ। ਹਰਿਮੰਦਰ ਸਾਹਿਬ ਤਿਆਰ ਹੋ ਗਿਆ ਜੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਪਾਦਨਾ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਬਾਬਾ ਬੁੱਢਾ ਸਾਹਿਬ ਜੀ ਹਰ ਵੇਲੇ ਗੁਰੂ ਦੀ ਹਜ਼ੂਰੀ ਵਿੱਚ ਸੇਵਾ ਵਿੱਚ ਰਹਿੰਦੇ। ਜਦੋਂ ਜਿਲਦ ਬਣ ਗਈ, ਹੁਕਮਨਾਮੇ ਦੂਰ ਦਰੇਡੇ ਪਹੁੰਚਾ ਦਿੱਤੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ ਨੇ। ਦੇਖੋ ਅੰਤਰਜਾਮੀ ਪਾਤਸ਼ਾਹ ਨੇ, ਉਹਨਾਂ ਨੂੰ ਸਾਰੀ ਸੋਝੀ ਹੈ, ਪਰ ਸਨਮਾਨ ਦਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਕਿ ਜੋ ਗ੍ਰੰਥ ਸਾਹਿਬ ਤਿਆਰ ਕੀਤੇ ਨੇ, ਇਹਨਾਂ ਦਾ ਪ੍ਰਕਾਸ਼ ਕਿੱਥੇ ਕਰਾਉਣਾ ਹੈ? ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਗੁਰੂ ਸਾਹਿਬ ਜੀ ਸੂਰਜ ਦੇ ਸਾਹਮਣੇ ਇੱਕ ਜਿਹੜਾ ਜੁਗਨੂ ਹੈ, ਜਿਹੜਾ ਟਟਹਿਣਾ ਵਾ, ਉਹਦੀ ਰੋਸ਼ਨੀ ਕੀ ਪਾਇਆ ਰੱਖਦੀ ਹੈ? ਤੁਸੀਂ ਗਿਆਨ ਦੇ ਸੂਰਜ ਤੇ ਮੈਂ ਇੱਕ ਜੁਗਨੂ ਦੀ ਨਿਆਈ। ਤੁਸੀਂ ਪੁੱਛਿਆ ਹੈ, ਸੇਵਕ ਦੇ ਨਾਤੇ ਮੇਰਾ ਦੱਸਣਾ ਫਰਜ਼ ਬਣਦਾ ਹੈ। ਜਿਹੜਾ ਤੁਸੀਂ ਹਰਿਮੰਦਰ ਸਾਹਿਬ ਤਿਆਰ ਕਰਾਇਆ ਨਾ, ਇਹ ਇੱਦਾਂ ਨਜ਼ਰ ਆਉਂਦਾ ਜਿੱਦਾਂ ਸਮੁੰਦਰ ਵਿੱਚ ਕੋਈ ਜਹਾਜ਼ ਹੋਵੇ, ਕੋਈ ਬੇੜਾ ਹੋਵੇ, ਇਹਦੇ ਅੰਦਰ ਪ੍ਰਕਾਸ਼ ਕਰਵਾਓ। ਜਿਸ ਦਿਨ ਪ੍ਰਕਾਸ਼ ਕਰਨਾ ਸੀ, ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਇਹ ਗ੍ਰੰਥ ਸਾਹਿਬ ਤੁਸੀਂ ਆਪਣੇ ਸੀਸ ਦੇ ਉੱਤੇ ਉਠਾਓਗੇ ਤੇ ਅਸੀਂ ਚੌਰ ਸਾਹਿਬ ਦੀ ਸੇਵਾ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਸਿਰ ਦੇ ਉੱਤੇ ਲਿਆ। ਅੱਜ ਵੀ ਕਿਸੇ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਜਦੋਂ ਅਖੰਡ ਪਾਠ ਸਾਹਿਬ ਆਰੰਭ ਹੁੰਦਾ ਹੈ ਤੇ ਅਸੀਂ ਗੁਰੂ ਸਾਹਿਬ ਦੀ ਸਵਾਰੀ ਲੈ ਕੇ ਜਾਂਦੇ ਹਾਂ, ਤੇ ਉਸ ਵੇਲੇ ਸੰਗਤਾਂ ਵੀ ਨਾਲ ਸਨ। ਕੋਈ ਸਤਿਨਾਮ ਵਾਹਿਗੁਰੂ ਜਪ ਰਿਹਾ ਸੀ ਤੇ ਕੋਈ ਗੁਰਬਾਣੀ ਦੇ ਸ਼ਬਦ ਗਾ ਰਿਹਾ ਸੀ। ਹਰਿਮੰਦਰ ਸਾਹਿਬ ਦੇ ਅੰਦਰ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਜਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉੱਥੇ ਬਿਰਾਜਮਾਨ ਕਰਵਾਇਆ। ਆਪ ਤਾਬਿਆਂ ਵਿੱਚ ਬੈਠੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਹੁਕਮ ਦਿੱਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ। ਅਦਬ ਸਹਿਤ ਗ੍ਰੰਥ ਜਬ ਖੋਲਾ, ਲੈ ਆਵਾਜ਼ ਬੁੱਢਾ ਤਬ ਬੋਲਾ। ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਸੰਗਤਾਂ ਨੂੰ ਸਰਵਣ ਕਰਾਇਆ। ਸੋਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਮਨ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਹਿਲਾ ਹੁਕਮਨਾਮਾ ਆਇਆ ਸੀ। ਸਾਰਾ ਦਿਨ ਦੀਵਾਨ ਸੱਜਿਆ। ਜਦੋਂ ਸ਼ਾਮਾਂ ਹੋਈਆਂ ਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਤੇ ਹੋਰ ਸਿੱਖਾਂ ਨੇ ਪੁੱਛਿਆ, ਕਹਿਣ ਲੱਗੇ, ਸਤਿਗੁਰੂ ਸਾਨੂੰ ਇਹ ਤਾਂ ਦੱਸ ਦਿਓ ਕਿ ਗ੍ਰੰਥ ਸਾਹਿਬ ਰਾਤਰੀ ਦਾ ਵਿਸ਼ਰਾਮ ਕਿੱਥੇ ਕਰਨਗੇ? ਤੇ ਅੱਗੋਂ ਜਵਾਬ ਆਇਆ, ਜਿਸ ਕੋਠੜੀ ਰਹਿਣ ਹਮਾਰਾ, ਜਿੱਥੇ ਅਸੀਂ ਵਿਸ਼ਰਾਮ ਕਰਦੇ ਹਾਂ, ਉਸ ਪਲੰਘੇ ਦੇ ਉੱਤੇ ਗ੍ਰੰਥ ਸਾਹਿਬ ਜੀ ਵਿਸ਼ਰਾਮ ਕਰਨਗੇ। ਕਹਿੰਦੇ ਤੁਸੀਂ ਕਿੱਥੇ ਕਰੋਗੇ? ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸਰੋਵਰ ਦੀ ਸੇਵਾ ਕਰਵਾਉਂਦੇ ਹੁੰਦੇ ਸਨ ਤੇ ਕਾਰ ਕੱਢ ਕੇ ਜਿੱਥੇ ਉੱਚਾ ਇੱਕ ਟਿੱਬਾ ਬਣ ਗਿਆ ਸੀ, ਉੱਥੇ ਗੁਰੂ ਸਾਹਿਬ ਨੇ ਇੱਕ ਕੋਠੜੀ ਬਣਵਾਈ ਸੀ, ਜਿਹਨੂੰ ਬਾਅਦ ਵਿੱਚ ਕੋਠਾ ਸਾਹਿਬ ਦਾ ਨਾਂ ਦਿੱਤਾ ਗਿਆ। ਉਹਦੇ ਅੰਦਰ ਗੁਰੂ ਸਾਹਿਬ ਜੀ ਵਿਸ਼ਰਾਮ ਕਰਦੇ ਹੁੰਦੇ ਸਨ। ਕਹਿੰਦੇ ਹੁਣ ਗ੍ਰੰਥ ਸਾਹਿਬ ਉੱਥੇ ਵਿਸ਼ਰਾਮ ਕਰਨਗੇ। ਹੁਣ ਉਹ ਕੋਠਾ ਸਾਹਿਬ ਅਕਾਲ ਤਖਤ ਦੇ ਅੰਦਰ ਹੈ। ਉਸ ਕੋਠਾ ਸਾਹਿਬ ਦੇ ਲਾਗੇ ਹੀ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਦੀ ਰਚਨਾ ਕੀਤੀ ਸੀ। ਕਹਿੰਦੇ ਅਸੀਂ ਥੱਲੇ ਹੀ ਵਿਸ਼ਰਾਮ ਕਰ ਲਾਂਗੇ। ਅੱਜ ਵੀ ਇੱਕ ਚਾਦਰ ਤੇ ਇੱਕ ਦਰੀ ਉਸ ਪਲੰਘ ਸਾਹਿਬ ਦੇ ਹੇਠ ਵਿਛਾਈ ਜਾਂਦੀ ਹੈ। ਜਦੋਂ ਦਰਸ਼ਨ ਕਰਨ ਜਾਓਗੇ ਤੇ ਆਪ ਜੀ ਦੇਖ ਲੈਣਾ, ਦਰਸ਼ਨ ਕਰ ਲੈਣੇ। ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਥਾਪਿਆ। ਇਹ ਮਾਨ ਪ੍ਰਾਪਤ ਹੋਇਆ।
ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਲਾਹੌਰ ਜਾਂਦੇ ਨੇ ਸ਼ਹਾਦਤ ਦੇਣ, ਉਦੋਂ ਵੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਹਦਾਇਤ ਕਰਕੇ ਜਾਂਦੇ ਨੇ ਕਿ ਹੋ ਸਕਦਾ ਸਾਡਾ ਸੀਸ ਲੱਗੇ, ਤੁਸੀਂ ਹਰਗੋਬਿੰਦ ਦੀ ਤਾਬਿਆ ਰਹਿਣਾ, ਇਹਨਾਂ ਦਾ ਹਰ ਹੁਕਮ ਮੰਨਣਾ। ਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਹੋਰ ਵਡਿਆਈ ਬਖਸ਼ੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਭਰਾਤਾ ਪ੍ਰਿਥੀ ਚੰਦ ਦੀ ਘਰ ਵਾਲੀ ਬੀਬੀ ਕਰਮੋ ਨੇ ਮਿਹਣਾ ਮਾਰਿਆ ਸੀ ਨਾ ਕਿ ਇਹਨਾਂ ਦੇ ਘਰ ਕਿਹੜਾ ਕੋਈ ਔਲਾਦ ਹੋਣੀ ਹੈ, ਇਹਨਾਂ ਤੇ ਔਂਤਰੇ ਹੀ ਜਾਣਾ ਹੈ। ਪ੍ਰਿਥੀ ਚੰਦ ਨੇ ਆਪਣੀ ਘਰ ਵਾਲੀ ਨੂੰ ਵੀ ਇਹ ਗੱਲ ਕਹੀ ਸੀ, ਸਾਡੇ ਪੁੱਤਰ ਨੇ ਗੱਦੀ ਤੇ ਬਹਿਣਾ ਹੈ। ਤੇ ਮਾਤਾ ਗੰਗਾ ਉਦਾਸੀ ਚਿਹਰੇ ਤੇ, ਮੁਰਝਾਇਆ ਹੋਇਆ ਚਿਹਰਾ ਵਾ। ਜਦੋਂ ਗੁਰੂ ਅਰਜਨ ਦੇਵ ਜੀ ਮਹਿਲਾਂ ਵਿੱਚ ਆਏ ਤੇ ਮਾਤਾ ਨੇ ਅਰਦਾਸ ਕੀਤੀ, ਤੁਸੀਂ ਲੋਕਾਂ ਸਾਰਿਆਂ ਦੀ ਝੋਲੀ ਭਰਦੇ ਹੋ, ਮੇਰੀ ਝੋਲੀ ਵੀ ਭਰੋ, ਮੇਰੀ ਕੁੱਖ ਨੂੰ ਵੀ ਭਾਗ ਲੱਗੇ। ਉਸ ਵੇਲੇ ਵਡਿਆਈ ਦਿੱਤੀ, ਕਹਿਣ ਲੱਗੇ ਜਾਓ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾਓ। ਪਹਿਲੀ ਵਾਰ ਜਦੋਂ ਆਏ ਦਾਤ ਝੋਲੀ ਵਿੱਚ ਨਹੀਂ ਪਈ, ਖਾਲੀ ਵਾਪਸ ਚਲੇ ਗਏ। ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਿਆ ਵੀ ਕੀ ਕਾਰਨ ਹੈ, ਅਜੇ ਵੀ ਚਿਹਰਾ ਮੁਰਝਾਇਆ ਹੋਇਆ ਹੈ, ਅਰਦਾਸ ਕਰਾ ਕੇ ਨਹੀਂ ਆਏ। ਕਹਿਣ ਲੱਗੇ ਆਹ ਬਚਨ ਝੋਲੀ ਵਿੱਚ ਪਿਆ ਵੀ ਗੁਰੂ ਕਿਆਂ ਨੂੰ ਕਿਧਰੋਂ ਭਾਜੜਾਂ ਪੈ ਗਈਆਂ ਨੇ। ਕਹਿੰਦੇ ਗਏ ਕਿੱਦਾਂ ਸੀ? ਕਹਿੰਦੇ ਰੱਥਾਂ ਤੇ ਚੜ੍ਹ ਕੇ। ਕਹਿੰਦੇ ਕੁਝ ਲੈਣਾ ਹੋਵੇ ਤੇ ਨੀਵੇਂ ਬਣ ਕੇ ਜਾਈਦਾ। ਫੇਰ ਦੁਬਾਰਾ ਗਏ, ਅੰਮ੍ਰਿਤ ਵੇਲੇ ਇਸ਼ਨਾਨ ਕਰੋ, ਹੱਥੀਂ ਆਟਾ ਪੀਸੋ, ਮਿੱਸੀਆਂ ਰੋਟੀਆਂ ਮਿੱਸੇ ਪ੍ਰਸ਼ਾਦੇ ਪਕਾਓ, ਹੱਥੀਂ ਦੁੱਧ ਰਿੜਕ ਕੇ ਲੱਸੀ ਲਓ, ਮੱਖਣ ਲਓ, ਦਹੀਂ ਲਓ, ਅਚਾਰ ਗੰਢਾ ਲਓ, ਪੈਦਲ ਚੱਲ ਕੇ ਜਾਓ। ਤੇ ਜਦੋਂ ਦੂਜੀ ਵਾਰੀ ਗਏ, ਬਾਬਾ ਬੁੱਢਾ ਸਾਹਿਬ ਜੀ ਦੂਰੋਂ ਹੀ ਦੇਖ ਕੇ ਖੜੇ ਹੋ ਗਏ, ਉੱਥੋਂ ਹੀ ਆਵਾਜ਼ਾਂ ਦੇਣ ਲੱਗ ਪਏ। ਕਹਿੰਦੇ ਮਾਤਾ ਜੀ ਤੁਹਾਨੂੰ ਪਤਾ ਸੀ ਤੁਹਾਡੇ ਪੁੱਤਰ ਨੂੰ ਭੁੱਖ ਲੱਗੀ ਹੈ, ਤੁਸੀਂ ਪ੍ਰਸ਼ਾਦਾ ਲੈ ਕੇ ਆਏ ਹੋ। ਫਿਰ ਪ੍ਰਸ਼ਾਦਾ ਛਕਣ ਲੱਗਿਆਂ ਜਦੋਂ ਗੰਢਾ ਤੋੜਿਆ, ਪਿਆਜ਼ ਭੰਨਿਆ, ਮੁੱਕੀ ਮਾਰ ਕੇ ਇੱਕ ਗੁਲੀ ਬੁੜਕ ਕੇ ਦੂਰ ਜਾ ਕੇ ਡਿੱਗੀ, ਬਚਨ ਕੀਤਾ ਤੁਹਾਡੀ ਕੁੱਖ ਚੋਂ ਜਿਹੜਾ ਪੁੱਤਰ ਪੈਦਾ ਹੋਏਗਾ ਨਾ, ਉਹ ਜ਼ੁਲਮਾਂ ਦੇ ਜ਼ਾਲਮਾਂ ਦੇ ਸਿਰ ਇੱਦਾਂ ਭੰਨੇਗਾ ਜਿੱਦਾਂ ਅਸੀਂ ਪਿਆਜ਼ ਨੂੰ ਭੰਨਿਆ, ਗੰਢੇ ਨੂੰ ਤੋੜਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹੋਏ। ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਤੇ ਜਦੋਂ ਆਏ ਤੇ ਆਪਣੇ ਸਪੁੱਤਰ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਹੱਥਾਂ ਵਿੱਚ ਦਿੱਤਾ ਹੈ ਤੇ ਨਾਲ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਬਾਲਕ ਦਾ ਨਾਮ ਰੱਖ ਦਿਓ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਦਾਂ ਹੱਥਾਂ 'ਚ ਲੈ ਕੇ ਹੂਟੇ ਦਿੰਦੇ ਹੋਏ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਇਹ ਤੇ ਮੇਰਾ ਹਰਗੋਬਿੰਦ ਹੈ, ਇਹ ਤੇ ਮੇਰਾ ਹਰਗੋਬਿੰਦ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਦਾ ਨਾਂ ਰੱਖਿਆ, ਉਹਨਾਂ ਨੂੰ ਸਿਖਲਾਈ ਵੀ ਦਿੱਤੀ, ਵਿਦਿਆ ਵੀ ਪੜ੍ਹਾਈ। ਤੇ ਅੱਜ ਫੇਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਤੁਸੀਂ ਇਹਨਾਂ ਦੀ ਆਗਿਆ ਵਿੱਚ ਰਹਿਣਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਤਖਤ ਦੀ ਰਚਨਾ ਕੀਤੀ, ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀ ਸੇਵਾ ਲਈ। ਕਿਸੇ ਰਾਜ ਨੇ ਹੱਥ ਲਗਾਇਓ, ਬੁੱਢਾ ਆਓ ਗੁਰਦਾਸ ਬਣਾਇਓ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਤਖਤ ਦੀ ਰਚਨਾ ਕੀਤੀ। ਉਦੋਂ ਥੜੇ ਰੂਪ ਵਿੱਚ ਬਣਾਇਆ ਸੀ, 14 ਫੁੱਟ ਲੰਬਾ ਤੇ 8 ਫੁੱਟ ਚੌੜਾ ਇਹ ਤਖਤ ਬਣਾਇਆ ਸੀ। ਦਿੱਲੀ ਦੇ ਤਖਤ ਨਾਲੋਂ ਉੱਚਾ ਬਣਾਇਆ ਸੀ। ਉਹਦੇ ਉੱਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੈਠੇ ਸਨ। ਬਾਬਾ ਬੁੱਢਾ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨਾਈਆਂ ਸਨ। ਉਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੈਠੇ ਹੋਏ ਸਨ ਹਰਗੋਬਿੰਦਪੁਰੀ, ਇਸ ਨਗਰ ਦਾ ਨਾਂ ਸੀ ਰੋਹੇਲਾ। ਇੱਥੇ ਗੁਰੂ ਸਾਹਿਬ ਨੇ ਜਦੋਂ ਦੂਜੀ ਜੰਗ ਜਿੱਤੀ ਹੈ ਤੇ ਕੁਝ ਨਵੇਂ ਘਰ ਬਣਾਏ ਤੇ
ਭਾਈ ਬਿਧੀ ਚੰਦ ਕਹਿਣ ਲੱਗੇ ਵੀ ਨਗਰ ਦਾ ਨਾਂ ਰੱਖੋ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਉੱਥੇ ਪਹੁੰਚੇ ਹੋਏ ਸਨ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸਾਨੂੰ ਦੱਸ ਦੇਣਾ ਸੀ, ਅਸੀਂ ਆ ਕੇ ਤੁਹਾਨੂੰ ਮਿਲਣ ਆਉਂਦੇ, ਤੁਸੀਂ ਕਿਉਂ ਖੇਚਲ ਕੀਤੀ, ਐਨੀ ਦੂਰ ਤੁਸੀਂ ਚੱਲ ਕੇ ਆਏ। ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਨਗਰ ਦਾ ਨਾਂ ਬਾਬਾ ਬੁੱਢਾ ਸਾਹਿਬ ਜੀ ਰੱਖਣਗੇ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਇਸ ਨਗਰ ਦਾ ਨਾਂ ਗੁਰੂ ਦੇ ਨਾਂ 'ਤੇ ਹਰਗੋਬਿੰਦਪੁਰ, ਤੇ ਹਰਗੋਬਿੰਦਪੁਰ ਨਾਮ ਰੱਖਿਆ। ਉੱਥੋਂ ਫਿਰ ਬਚਨ ਕਰਕੇ ਗਏ ਸਨ ਬਾਬਾ ਬੁੱਢਾ ਸਾਹਿਬ ਜੀ ਵੀ ਸਤਿਗੁਰੂ ਮੈਂ ਹੁਣ ਜਾ ਰਿਹਾ ਹਾਂ, ਤੇ ਜਦੋਂ ਮੇਰਾ ਅੰਤ ਸਮਾਂ ਆਵੇ ਨਾ ਉਦੋਂ ਤੁਸੀਂ ਮੇਰੇ ਕੋਲ ਹੋਣੇ ਚਾਹੀਦੇ, ਮੈਂ ਤੁਹਾਡੀ ਹਜ਼ੂਰੀ ਵਿੱਚ ਪ੍ਰਾਣ ਤਿਆਗਾਂਗਾ। ਤੇ ਜਦੋਂ ਅੰਤਮ ਸਮਾਂ ਵੇਲਾ ਆਇਆ ਬਾਬਾ ਬੁੱਢਾ ਸਾਹਿਬ ਜੀ ਨੇ ਯਾਦ ਕੀਤਾ, ਇਹ ਅੰਦਰ ਦੀ ਖੇਡ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਤਰਜਾਮੀ ਪਾਤਸ਼ਾਹ ਉਹ ਫਿਰ ਤੁਰੇ ਹਨ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਣ ਵਾਸਤੇ। ਜਦੋਂ ਰਮਦਾਸ ਦੀ ਧਰਤੀ 'ਤੇ ਆਏ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਕਿ ਸਾਰੀ ਉਮਰ ਜੰਗਾਂ ਯੁੱਧਾਂ ਵਿੱਚ ਹੀ ਸਮਾਂ ਬੀਤ ਗਿਆ, ਅਸੀਂ ਪਹਿਲੇ ਗੁਰੂਆਂ ਦਾ ਤੁਹਾਡੇ ਤੋਂ ਇਤਿਹਾਸ ਸਰਵਣ ਕਰਨਾ ਹੈ, ਸਮਾਂ ਹੀ ਨਹੀਂ ਲੱਗਾ। ਤੁਸੀਂ ਸਾਰੇ ਗੁਰੂ ਸਾਹਿਬਾਨਾਂ ਦੇ ਨਾਲ ਰਹੇ ਹੋ। ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸਾਰਾ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਰਵਣ ਕਰਾਇਆ। ਤੇ ਫਿਰ ਇੱਕ ਦਿਨ ਆਪਣੇ ਪੁੱਤਰ ਨੂੰ ਬੁਲਾਇਆ ਤੇ ਉਹਨਾਂ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਕੜਾਈ, ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰਾ ਹੁਣ ਅੰਤ ਸਮਾਂ ਆ ਗਿਆ, ਤੇ ਇਹ ਮੇਰਾ ਜਿਹੜਾ ਪੁੱਤਰ ਹੈ ਨਾ ਇਹ ਹੁਣ ਤੁਹਾਡੀ ਸੇਵਾ ਵਿੱਚ ਰਹੇਗਾ। ਤੇ ਗੁਰੂ ਦੀ ਹਜ਼ੂਰੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਾਣ ਤਿਆਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਦੀ ਅਰਥੀ ਨੂੰ ਆਪ ਮੋਢਾ ਦਿੱਤਾ। ਕਿੰਨੇ ਭਾਗਾਂ ਵਾਲੇ ਸਨ ਬਾਬਾ ਬੁੱਢਾ ਸਾਹਿਬ ਜੀ। 125 ਸਾਲ ਦੀ ਉਮਰ ਭੋਗ ਕੇ ਤੇ 1688 ਸੰਮਤ ਵਿੱਚ 1563 ਸੰਮਤ ਵਿੱਚ ਉਹ ਸੰਸਾਰ 'ਤੇ ਆਏ ਸਨ। ਤੇ 1688 ਸੰਮਤ ਵਿੱਚ 125 ਸਾਲ ਦੀ ਉਮਰ ਭੋਗ ਕੇ ਉਹ ਪਰਲੋਕ ਪਿਆਨਾ ਕਰਦੇ ਨੇ। ਤੇ ਹੱਥੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਾ ਦਾਹ ਸੰਸਕਾਰ ਕਰਦੇ ਹਨ। ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ 5 ਭੂਤਕ ਸਰੀਰ ਨੂੰ ਅੰਗੀਠਾ ਸਾਹਿਬ ਦੇ ਉੱਤੇ ਰੱਖਿਆ ਨਾ, ਤੇ ਉਸ ਵੇਲੇ ਪਰਿਵਾਰ ਦੇ ਕਈ ਮੈਂਬਰ ਵਿਰਲਾਪ ਕਰ ਰਹੇ ਸਨ। ਤੇ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਲਿਖਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਅੱਖਾਂ ਵਿੱਚ ਵੀ ਜਲ ਭਰ ਆਇਆ। ਇੰਨਾ ਲੰਮਾ ਸਮਾਂ ਗੁਰੂਆਂ ਦੀ ਸੰਗਤ ਕੀਤੀ। ਉਹ ਗੁਰੂ ਦਾ ਪਿਆਰਾ ਸਿੱਖ ਪਰਲੋਕ ਪਿਆਨਾ ਕਰ ਗਿਆ ਜਿਹਨੇ ਹਰ ਹੁਕਮ ਗੁਰੂ ਦਾ ਮੰਨਿਆ ਤੇ ਆਪਣੇ ਹੱਥੀਂ ਗੁਰੂ ਸਾਹਿਬ ਨੇ ਦਾਹ ਸੰਸਕਾਰ ਕੀਤਾ। ਐਸੀ ਕਰਨੀ ਵਾਲੇ ਮਹਾਂਪੁਰਸ਼ ਸਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਸਮੂਹ ਸੰਗਤਾਂ ਨੂੰ ਬੇਅੰਤ ਵਧਾਈ ਹੋਵੇ। ਇਸ ਇਸ ਪਾਵਨ ਸਥਾਨ ਦੇ ਚੇਅਰਮੈਨ ਸਾਹਿਬ ਸਰਦਾਰ ਹਰਵਿੰਦਰ ਸਿੰਘ ਜੀ ਕੇਪੀ ਜੀ, ਉਹਨਾਂ ਨੇ ਵੀ ਸੰਗਤਾਂ ਨੂੰ ਵਧਾਈ ਭੇਜੀ ਹੈ। ਉਹਨਾਂ ਵੱਲੋਂ ਵੀ ਸੰਗਤਾਂ ਨੂੰ ਬੇਅੰਤ ਵਧਾਈ ਹੋਵੇ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ 27 ਅਕਤੂਬਰ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੁੰਡਲੀ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਮਨਾਇਆ ਜਾ ਰਿਹਾ ਹੈ। ਆਪ ਜੀ ਹਾਜ਼ਰੀਆਂ ਭਰੋ। ਬੜਾ ਹੀ ਸੋਹਣਾ ਗੁਰੂ ਘਰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਬਣਾਇਆ ਹੈ।
ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਗੁਰੂ ਘਰਾਂ ਦੀ ਸੇਵਾ ਕਰਾ ਰਹੇ ਨੇ। ਇੱਕ ਵਾਰੀ ਜ਼ਰੂਰ ਉਸ ਗੁਰੂ ਘਰ ਦੇ ਦਰਸ਼ਨ ਕਰੋ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ